ਬਾਅਦ ਫਰੈਸ਼ ਰਹਿਣਾ। ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਬੇਕਰਸਫੀਲਡ ਏਰੀਆ ਦੇ ਵਿੱਚ ਜੇਕਰ ਤੁਸੀਂ ਬਿਜਲੀ ਦੇ ਬਿੱਲਾਂ ਤੋਂ ਭਾਰੀ ਨਿਜਾਤ ਪਾਉਣਾ ਚਾਹੁੰਦੇ ਹੋ, ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਵਾਓ। ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰੋ ਜੀ 6617541722 ਦੇ ਉੱਤੇ। ਅਤੇ ਬੇ ਏਰੀਆ ਦੇ ਵਿੱਚ ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤਾਂ ਇਹਨੂੰ ਲੈ ਕੇ ਜਾਓ ਜੀ ਫੇਅਰਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ ਹੇਵਰਡਸ ਕੈਲੀਫੋਰਨੀਆ ਦੇ ਵਿੱਚ। ਬਾਈ ਦਰਸ਼ਨ ਜੀ ਕਰਾ 5105382983। ਸੋ ਪ੍ਰੋਗਰਾਮ ਦਾ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਕਾਲ ਲੈ ਲਈਏ ਜੀ। ਕਾਲ ਲੈ ਕੇ ਫਿਰ ਅੱਗੇ ਚੱਲਦੇ ਆ। ਦਿੱਲੀ ਤੋਂ ਸਰਦਾਰ ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਸਾਹਿਬ। ਪੱਟੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਪੱਟੀ ਸਾਹਿਬ ਨਹੀਂ ਹੈ ਜੀ, ਤੁਸੀਂ ਮੈਨੂੰ ਲੱਗਦਾ ਫਿਰ ਪ੍ਰੋਗਰਾਮ ਨਹੀਂ ਸੁਣ ਰਹੇ ਸੀਗੇ ਸ਼ਾਇਦ। ਅੱਛਾ ਹਾਂਜੀ ਅੱਛਾ ਹਾਂਜੀ, ਸੁਣ ਨਹੀਂ ਰਹੇ ਹੋਗੇ ਨਾ ਜੀ, ਤੁਹਾਨੂੰ ਮੈਂ ਲਿੰਕ ਭੇਜ ਦੂੰਗਾ। ਬਸ ਉਹ ਪਤਾ ਕਰਨਾ ਸੀ ਕਿ ਜਿਹੜਾ ਨੀਲਾ ਤਾਰਾ ਦਾ ਕੇਸ ਦਾ 1000 ਕਰੋੜ ਦਾ ਕੇਸ ਪਾਇਆ ਸੀ ਉਹਦੇ ਬਾਰੇ, ਤੇ ਪੱਟੀ ਜੀ ਆਈ ਨਹੀਂ ਤੇ ਫਿਰ ਉਹ ਵੀ ਦੱਸਣਗੇ। ਕੋਈ ਗੱਲ ਨਹੀਂ ਜੀ। ਤੇ ਆਪਾਂ ਹੁਣ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਚਰਚਾ ਕਰਦੇ ਹਾਂ ਜੀ ਇੱਕ ਮਸਲਾ ਇਕਾਂਤਵਾਸ ਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਨਿੱਘੀ ਫਤਿਹ। ਤੇ ਭਾਜੀ ਤੁਹਾਨੂੰ ਸਲੂਟ ਇਸ ਕਰਕੇ ਹੈ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਤੇ ਖਤਮ ਕਰਕੇ ਲੰਘ ਜਾਂਦੇ ਹੋ। ਸ਼ਾਇਦ ਕੁਛ ਜੋ ਤੁਹਾਡੇ ਤੱਕ ਨਹੀਂ ਸੁਨੇ ਪਹੁੰਚਦੇ, ਜੋ ਦੂਰ ਦੁਰੇਡੇ ਤੋਂ ਕੀ ਗ੍ਰੀਸ ਤੋਂ ਲੈ ਕੇ ਅਫਗਾਨਿਸਤਾਨ ਤੱਕ ਵਸਦਿਆਂ ਦੇ, ਜੋ ਉਹ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਨਾ ਵੀ ਕਰਦੇ ਹੋਣ, ਪਰ ਸਰੋਤੇ ਕਿੰਨੀ ਦੂਰ ਦੂਰ ਤੱਕ ਤੁਹਾਡੀ ਸਲਾਹਤਾ ਕਰਦੇ ਨੇ ਤੁਹਾਡੇ ਤੁਰ ਜਾਣ, ਤੁਹਾਡੇ ਇੱਕ ਪ੍ਰੋਗਰਾਮ ਦੇ ਇੱਥੋਂ ਮੁੱਕਣ ਜਾਣ ਤੋਂ ਬਾਅਦ ਵੀ। ਮੈਂ ਉਹਦੇ ਲਈ ਤੁਹਾਨੂੰ ਸੱਚਮੁੱਚ ਸਲੂਟ ਕਰਦੀ ਹਾਂ ਕਿ ਤੁਸੀਂ ਕਿੰਨੀ ਵਧੀਆ ਤਰੀਕੇ ਮਾਂ ਬੋਲੀ ਦੇ ਸਪੂਤ ਸਾਬਤ ਹੋ ਰਹੇ ਹੋ। ਧੰਨਵਾਦ ਜੀ ਭੈਣ ਜੀ, ਤੁਹਾਡੇ ਵੱਡੇ ਹੋ ਤੁਸੀਂ, ਆਸ਼ੀਰਵਾਦ ਹੈ ਸਾਰਿਆਂ ਦਾ। ਅਤੇ ਪ੍ਰਮਾਤਮਾ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਨ ਦੀ ਬਲ ਬਖਸ਼ੀ ਰੱਖੇ ਜੀ। ਅਤੇ ਬਾਕੀ ਤਾਂ ਚਲੋ ਚੱਲਦੀ ਰਹਿੰਦੀ ਹੈ ਦੁਨੀਆਦਾਰੀ। ਭੈਣ ਜੀ ਅੱਜ ਮੈਂ ਮੈਂ ਖਾਸ ਕਰਕੇ ਤੁਹਾਡੇ ਨਾਲ ਅੱਜ ਚਰਚਾ ਇਸ ਕਰਕੇ ਕਰਨੀ ਚਾਹੀ ਕਿ ਮੈਂ ਇਕਾਂਤਵਾਸ ਦੇ ਵਿੱਚ ਰੱਖੀ ਇੱਕ ਔਰਤ ਜਿਹੜੀ ਆ ਉਹ ਮਾਨਸਿਕ ਸੰਤੁਲਨ, ਕਹਿੰਦੇ ਇੱਕ ਤਾਂ ਕਰੋਨਾ ਦਾ ਡਰ ਤੇ ਉੱਤੋਂ ਮਾਨਸਿਕ ਸੰਤੁਲਨ ਉਹ ਗਵਾ ਬੈਠੀ ਹੈ। 3 ਦਿਨ ਹੋ ਗਏ ਖਾਣਾ ਨਹੀਂ ਖਾਧਾ। ਇੱਕ ਬੜੇ ਸੀਨੀਅਰ ਪੁਲਿਸ ਅਧਿਕਾਰੀ ਜਿਨ੍ਹਾਂ ਦੀ ਉੱਥੇ ਡਿਊਟੀ ਲੱਗੀ ਹੈ, ਸਵੇਰੇ ਮੇਰੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ, ਕਹਿੰਦੇ ਬਾਈ ਜੀ ਇੱਕ ਚੀਜ਼ ਤਾਂ ਜਿਹੜੀ ਹੈ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਕੀ ਬਿਮਾਰੀਆਂ ਤੋਂ ਤਾਂ ਬੰਦਾ ਰਿਕਵਰ ਹੋ ਜਾਂਦਾ ਹੈ, ਪਰ ਕਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬਿਮਾਰੀ ਦੇ ਵਿੱਚ ਜਦੋਂ ਇਕੱਲੇ ਰਹਿਣਾ ਪੈਂਦਾ ਅਤੇ ਇਕੱਲੇ ਰਹਿ ਕੇ ਮੌਤ ਦਾ ਡਰ ਜਿਹੜਾ ਉਹ ਵੀ ਤੁਹਾਨੂੰ ਡਰਾਉਂਦਾ ਹੈ। ਪਰ ਮੌਤ ਤੋਂ ਬਾਅਦ ਜਿਹੜਾ ਇੱਕ ਵੱਡਾ ਡਰ ਹੈ ਕਿ ਕਿਸੇ ਨੇ ਤੁਹਾਨੂੰ, ਘਰਦਿਆਂ ਨੇ ਵੀ ਨਹੀਂ ਫੂਕਣਾ, ਘਰਦਿਆਂ ਨੇ ਵੀ ਤੁਹਾਨੂੰ ਛੱਡ ਜਾਣਾ, ਉਹ ਕਹਿੰਦੇ ਬੜੀ ਮਾਨਸਿਕ ਬੋਝ ਜਿਹੜਾ ਦੁਨੀਆ ਬਣਿਆ ਹੋਇਆ ਇਕਾਂਤਵਾਸ 'ਚ ਰਹਿੰਦੇ ਲੋਕਾਂ ਨੂੰ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਚਾਹੁੰਦਾ ਸੀਗਾ ਕਿ। ਹਾਂਜੀ ਬਿਲਕੁਲ। ਮੈਂ ਤੁਹਾਨੂੰ ਥੋੜ੍ਹੀ ਜਿਹੀ ਪਿਛਾਂਹ ਲੈ ਜਾਵਾਂ ਕਿ ਇਹ ਕਿਉਂ ਸਾਨੂੰ ਇਕਾਂਤਵਾਸ ਵਿੱਚ ਵੀ ਇਸ ਤਰ੍ਹਾਂ ਦਾ ਭੈ ਕਿ ਅਸੀਂ ਯਾਨੀ
ਮੌਤ ਨੇ ਸਾਨੂੰ ਇਸ ਤਰੀਕੇ ਜਕੜ ਲਿਆ ਹੈ ਜੋ ਕਿ ਅਸੀਂ ਨਾਰਮਲ ਅੱਗੇ ਵੀ ਤੁਰਦੇ ਫਿਰਦੇ ਆਮ ਆਦਮੀ ਹਾਂ, ਇੱਕਦਮ ਹੀ ਪਤਾ ਵੀ ਨਹੀਂ ਸੀ ਅਗਲਾ ਸਾਹ ਲੈਣਾ ਨਹੀਂ ਲੈਣਾ, ਨਿਕਲਿਆ ਘਰੋਂ ਐਕਸੀਡੈਂਟ ਨਾਲ ਵਾਪਸ ਜਾਣਾ ਕਿ ਨਹੀਂ ਜਾਣਾ, ਪਰ ਅਸੀਂ ਭੁਲਾ ਬੈਠੇ ਸਾਂ। ਉਹ ਡਰ, ਉਹ ਭੈ ਖਤਮ ਹੋਇਆ ਪਿਆ ਸੀ। ਅਸੀਂ ਦੁਨੀਆ ਭਰ ਵਿੱਚ ਲੋਕ ਸਿਰਫ ਮਾਇਆ ਇਕੱਤਰ ਕਰਨ ਵੱਲ ਹੀ ਲੱਗੇ ਹੋਏ ਸਨ। ਇੱਕੋ ਹੀ ਏਮ ਬਣ ਚੁੱਕਿਆ ਸੀ ਕਿ ਅਸੀਂ ਅਗਾਂਹ 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 ਦੌੜੀ ਜਾਣਾ, ਬੇਸ਼ੱਕ ਅਸੀਂ ਕੱਲੇ ਹੀ ਰਹਿ ਜਾਈਏ ਪਰ ਦੌੜੀ ਹੋਈ ਜਾਣਾ। ਉਹ ਇੱਕ ਕੁਦਰਤ ਨੇ ਸਾਨੂੰ ਐਸੀ ਤਗੜੀ ਬ੍ਰੇਕ ਲਾ ਕੇ ਦੱਸਿਆ ਕਿ ਜ਼ਿੰਦਗੀ ਦੌੜਨ ਨਾਲ ਨਹੀਂ ਹੁੰਦੀ, ਜੇ ਜ਼ਿੰਦਗੀ ਕਿਤੇ ਨਾ ਕਿਤੇ ਖੜੇ ਹੋ ਕੇ ਆਸ-ਪਾਸ ਝਾਕਣ, ਆਪਣੇ ਅੰਦਰ ਝਾਕਣ ਦਾ ਵੀ ਸਮਾਂ ਦੇਣ ਵਾਸਤੇ ਹੁੰਦੀ ਜੇ। ਬੜੀ ਸੋਹਣੀ ਕੁਦਰਤ ਨੇ ਚਪੇੜ ਮਾਰੀ ਹੈ ਕਿ ਇੱਕ ਮਾਇਆ ਤੁਹਾਨੂੰ ਆਪਣਿਆਂ ਤੋਂ ਵੀ ਵੱਖ ਕਰ ਸਕਦੀ ਹੈ, ਤੇ ਤੁਸੀਂ ਕਿੰਨੀ ਵੀ ਮਾਇਆ ਲਈ ਹੋਵੇ ਫੇਰ ਵੀ ਤੁਹਾਨੂੰ ਫੂਕਣ ਵੀ ਕਿਸੇ ਨੇ ਨਹੀਂ ਆਣਾ। ਸੋ ਇੱਕ ਬਹੁਤ ਵਧੀਆ ਸੰਦੇਸ਼ ਉਹਦੇ ਅੰਦਰ, ਜਿਹੜੀ ਇਕਾਂਤਵਾਸ ਦੇ ਵਿੱਚ ਅਸੀਂ ਕਿਉਂਕਿ ਅਸੀਂ ਖਿਮਾ ਕਰਿਓ ਵੀਰ ਕੇ ਸਾਂਝੇ ਟੱਬਰ ਦਾ ਤਾਂ ਅਸੀਂ ਖਤਮ ਭੋਗ ਹੀ ਪਾ ਛੱਡਿਆ ਸੀ ਜੀ। ਕੋਈ ਵਿਰਲੇ ਨੇ ਜਿੱਥੇ ਸਾਂਝੇ ਟੱਬਰ ਨੇ, ਜਾਂ ਅਸੀਂ ਸਮਝਦੇ ਹੋਈਏ ਕਿ ਟੱਬਰ ਹੁੰਦਾ ਕੀ ਹੈ। ਅਸੀਂ ਦਰਅਸਲ ਆਪਣੀ ਜ਼ਿੰਦਗੀ ਵੱਖਰੀ ਕਰ ਲਈ ਸੀ। ਹਸਬੈਂਡ ਵਾਈਫ ਵਿੱਚ ਉਹ ਰਿਲੇਸ਼ਨ ਨਹੀਂ ਸਨ ਰਹੇ। ਹਸਬੈਂਡ ਦਾ ਆਪਣਾ ਇੱਕ ਸਰਕਲ ਸੀ, ਵਾਈਫ ਦਾ ਆਪਣਾ ਸੀ। ਸੋ ਉਹ ਸਰਕਲ ਜਿਸ 'ਚ ਇੱਕ ਮਾਂ ਨੂੰ ਆਪਣੇ ਬੱਚਿਆਂ ਲਈ ਵੀ ਸਮਾਂ ਨਹੀਂ ਸੀ ਮਿਲਦਾ, ਕਿਉਂਕਿ ਉਹ ਆਪਣੇ ਫੋਨਾਂ ਵਿੱਚ, ਆਪਣੇ ਪਾਰਟੀਆਂ ਵਿੱਚ, ਆਪਣੇ ਦੋਸਤਾਂ ਮਿੱਤਰਾਂ ਨਾਲ ਇੰਨੀ ਜ਼ਿਆਦਾ ਉਹਨਾਂ ਦੇ ਨਾਲ ਜੁੜ ਚੁੱਕੀ ਹੋਈ ਸੀ ਕਿ ਉਹ ਸਾਂਝ ਅਸੀਂ ਮੁਕਾ ਦਿੱਤੀ ਸੀ ਜੀ। ਹੁਣ ਕਿਉਂਕਿ ਉਹ ਸਾਂਝ ਤਾਂ ਹੈ ਨਹੀਂ, ਉਹ ਰਹੀ ਨਹੀਂ, ਅਸੀਂ ਇੱਕ ਦੂਜੇ ਤੋਂ ਪਹਿਲਾਂ ਹੀ ਦੂਰ ਹੋ ਚੁੱਕੇ ਹਾਂ। 1 ਮੀਟਰ ਤਾਂ ਵੈਸੇ ਹੀ ਖੜਾ ਹੋਣ ਜਾਂਦਾ ਕਿ ਕੋਈ ਵੀ ਸਾਹਮਣਾ ਬੰਦਾ ਸਾਨੂੰ ਲੱਗਦਾ ਹੀ ਕਰੋਨਾ, ਕਿ ਇਹਦੇ ਨੇੜੇ ਤਾਂ ਗੱਲ ਕਰਨੀ ਹੀ ਨਹੀਂ, ਪਰਾਂ ਹੀ ਹੋ ਜਾਓ। ਇੱਥੋਂ ਤੱਕ ਕਿ ਡਾਕਟਰ ਮਰੀਜ਼ ਦਾ ਰਿਸ਼ਤਾ ਵੀ ਉਹ ਇਹ ਹੋ ਗਿਆ ਕਿ ਨਾਲ ਦੇ ਕਮਰੇ 'ਚ ਖੜ ਕੇ ਹੀ ਬੋਲ ਲੈ, ਜਾਂ ਫੋਨ ਤੇ ਹੀ ਦਵਾਈ ਲਿਖਾ ਦਿੰਦੇ ਤੂੰ ਨਾ ਹੀ ਆ। ਯਾਨੀ ਉਹ ਹਾਲ ਆਇਆ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਦੋਂ ਅਜਿਹੇ ਮੌਕੇ ਕਿਸੇ ਨੂੰ ਵੀ, ਭਾਵੇਂ ਉਹ ਫਾਂਸੀ ਤੇ ਚਾੜੇ ਜਾਣ ਵਾਲਾ ਹੋਏ ਜਿਹਨੂੰ ਪਤਾ ਹੈ ਕਿ ਮੌਤ ਆਣੀ ਹੈ, ਉਸੇ ਤਰ੍ਹਾਂ ਦਾ ਹੀ ਸਾਡੀ ਉਹ ਮਹਿਸੂਸ ਹੋਣਾ ਸ਼ੁਰੂ ਹੋ ਚੁੱਕਿਆ। ਸਾਡੀ ਸੋਚ ਉੱਥੇ ਤੱਕ ਸੀਮਤ ਹੈ ਵੀ ਕੱਲ ਨੂੰ ਫਾਂਸੀ ਚੜ੍ਹਨੀ ਹੈ ਤਾਂ ਹੁਣ ਮੈਂ ਕੀ ਕਰਾਂ। ਨਤੀਜਾ ਇਹ ਹੋ ਚੁੱਕਿਆ ਕਿ ਅਸੀਂ ਅੱਜ ਨੂੰ ਜਿਉਣਾ ਭੁੱਲ ਗਏ ਹਾਂ। ਬਹੁਤ ਸੌਖਾ ਸੀ ਕਿ ਅੱਜ ਅਸੀਂ ਜੇ ਤੜੇ ਵੀ ਹਾਂ ਤਾਂ ਉਹਦਾ ਮਤਲਬ ਹੈ ਕਿ ਸਾਡੇ ਕੋਲ ਰਾਹ ਸੀ ਬੜਾ ਸੋਹਣਾ ਕਿ ਹੁਣ ਬੈਠ ਕੇ ਅਸੀਂ, ਸਾਡੇ ਕੋਲ ਮੋਬਾਈਲ ਹੈ ਤਾਂ ਭਲਾ ਮਾਨਸ ਇਸ ਮੋਬਾਈਲ ਦੇ ਵਿੱਚੋਂ ਮੈਂ ਕੋਈ ਨਵੀਂ ਚੀਜ਼ ਸਿੱਖ ਲੈਣਾ ਜਾਂ ਧਿਆਨ ਕਰਦਾ ਜਾਂ ਹੋਰ ਕੁਝ ਵੀ ਨਹੀਂ, ਤਾਂ ਬਜਾਏ ਕਿ ਰੋਣ ਪਿੱਟਣ ਦੇ, ਜੋ ਮੌਤ ਸ਼ਾਇਦ ਆਣੀ ਵੀ ਨਹੀਂ, ਮੈਂ ਇਹਦੇ ਤੇ ਮੋਬਾਈਲ ਤੇ ਕਿਸੇ ਨਾਲ ਵੀਡੀਓ ਕਾਲਿੰਗ ਕਰਕੇ ਜਾਂ ਓਦਾਂ ਫੋਨ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਦੁਬਾਰਾ ਸਾਂਝ ਬਣਾ ਲਵਾਂ ਜਿਨ੍ਹਾਂ ਨਾਲ ਟੁੱਟ ਚੁੱਕੀ ਸੀ ਜੀ। ਉਹ ਪਾਸਾ ਅਸੀਂ ਤਿਆਗ ਕੇ ਇੱਕ ਤਰਫਾ ਇੱਕ ਟੀਚਾ, ਸਿਰਫ ਮੌਤ ਮੌਤ ਤੇ ਮੌਤ, ਮੈਂ ਉਹਨੂੰ ਉਡੀਕ ਰਿਹਾ। ਇਹ ਕਿਸੇ ਨੂੰ ਵੀ ਝੱਲਾ ਕਰ ਸਕਦੀ ਹੈ, ਸਾਡਾ ਮਾਨਸਿਕ ਸੰਤੁਲਨ ਵਿਗੜ ਸਕਦਾ ਜੇ, ਕਿਉਂਕਿ ਸਾਡੀ ਸੋਚ ਵਿੱਚ ਵਿਗਾੜ ਪੈ ਗਿਆ। ਅੱਜ ਵੀ ਕੁਝ ਹੋਰ ਕਰੋਨਾ ਤੋਂ ਸੱਜੇ ਖੱਬੇ ਸੋਚਦੇ ਨਹੀਂ ਪਏ। ਦੂਸਰਾ ਬਹੁਤ ਵੱਡਾ ਨੁਕਤਾ ਜਿਹੜਾ ਇਸ ਵੇਲੇ ਪੁਲਿਸ ਨੂੰ ਵਿੱਚ ਇਨਵੋਲਵ ਕੀਤਾ ਗਿਆ, ਮੈਂ ਤੁਹਾਨੂੰ ਖਿਮਾ ਕਰਿਓ, ਆਪਣੇ ਪੁਲਿਸ ਦੀ ਜੋ ਬ੍ਰਿਟੇਨ ਵੇਲੇ ਵੀ ਜੋ ਕੰਮ, ਜਦੋਂ ਬ੍ਰਿਟਿਸ਼ ਸਾਡੇ ਉੱਪਰ ਰਾਜ ਕਰਦੇ ਸਨ ਜੀ, ਉਦੋਂ ਉਹਨਾਂ ਨੇ ਢੰਗ ਕੀ ਲੱਭਿਆ ਸੀ ਲੋਕਾਂ ਨੂੰ ਦਬਾਉਣ ਦਾ। ਕਿਉਂਕਿ ਜੇ ਤੁਸੀਂ ਅੱਜ ਵੀ ਬ੍ਰਿਟੇਨ 'ਚ ਜਾਓਗੇ, ਕੈਨੇਡਾ 'ਚ ਜਾਓਗੇ, ਅਮਰੀਕਾ 'ਚ ਜਾਓਗੇ, ਉਹਨਾਂ ਦੇ ਵਿੱਚ ਪੁਲਿਸ ਵਾਲਾ ਇੱਕ ਦੋਸਤ ਗਿਣਿਆ ਜਾਂਦਾ। ਬਿਲਕੁਲ ਜੀ। ਸਾਡੀ ਸੋਚ ਵਿੱਚ ਤਬਦੀਲੀ ਵੇਖੋ ਕਿ 4 ਲੈਵਲ ਤੇ ਪੁਲਿਸ ਦੇ ਵਿੱਚ ਦਾਖਲਾ ਮਿਲ ਸਕਦਾ ਜੇ। ਐਜ਼ ਕਾਂਸਟੇਬਲ, ਜਿਹਨਾਂ ਕੰਮ ਸਿਰਫ ਤੇ ਸਿਰਫ ਹੁਕਮ ਮੰਨਣ ਦਾ, ਉੱਪਰੋਂ ਇਸ਼ਾਰਾ ਹੋਏਗਾ ਭੰਨ ਦਿਓ, ਨੇ ਸਿਰ ਤੋੜ ਦੇਣੇ। ਬਿਲਕੁਲ ਬਿਲਕੁਲ ਜੀ। ਦੂਸਰਾ ਲੈਵਲ ਜੇ ASI, ਜਿਹੜਾ ਇੱਕ ਖਿਮਾ ਕਰਿਓ ਕਿ ਹੁਕਮ ਮੰਨਣ ਵਾਲਾ ਇੱਕ ਉਹ ਐਸਾ ਗੁਲਾਮ ਬਣਾ ਦਿੱਤਾ ਗਿਆ ਜਿਹਨੇ DSP ਜਾਂ SSP ਦੇ ਹੇਠਾਂ ਹੀ ਅੱਖ ਫਰਕਣੀ ਹੈ ਵੀ ਆਹ ਕੀਤਾ ਗਿਆ, ਕੇਸ ਪਾਣੇ ਆ, ਝੂਠੇ ਪਾਣੇ ਆ, ਨਹੀਂ। ਸੋ ਉਹ ਦੂਸਰੀ ਸਟੇਜ ਸੀ ASI। ਤੀਸਰੀ ਜੋ ਸਟੇਟ ਲੈਵਲ DSP ਆਉਂਦਾ ਹੈ, ਚੌਥੀ ਜੋ ਸੈਂਟਰਲ IPS SSP ਲੈਵਲ ਤੇ ਪਹੁੰਚਦੇ ਨੇ ਜੀ। ਉਹਨੂੰ ਬ੍ਰਿਟਿਸ਼ ਨੇ ਬਣਾਇਆ ਸੀ ਕੰਮ ਕਿ ਅਸੀਂ ਇਹ SSP ਤੇ ਜਿਹੜੇ ਹੈਗੇ ਨੇ, ਇਹਨਾਂ ਨੂੰ ਥੋੜੀ ਗਿਣਤੀਆਂ ਨੂੰ ਜੇ ਅਸੀਂ ਆਪਣੇ ਅੰਡਰ ਲੈ ਲਈਏ ਤਾਂ ਮਤਲਬ ਹੈ ਪੂਰੇ ਦੇ ਪੂਰਾ ਜਿਹੜਾ ਹੇਠਲਾ ਸਾਰੇ ਦਾ ਸਾਰਾ ਇਹਨਾਂ ਦਾ ਕੁਨਬਾ ਹੋਏਗਾ, ਉਹ ਇੱਕ ਆਫਿਸਰ ਦੇ ਥੱਲੇ, ਜੋ ਅਸੀਂ ਪਹਿਲੇ ਸਮਿਆਂ 'ਚ ਉਦੋਂ ਦੇਖਦੇ ਵੀ ਸਾਂ, ਇਕੱਲਾ ਘੋੜੇ ਤੇ ਚੜ੍ਹੇ ਅੰਗਰੇਜ਼ ਤੇ ਇੱਕ ਨਾਲ ਉਹਦੇ ਸਿਰਫ ਜਿਹੜਾ SSP ਲੈਵਲ ਦਾ, ਤੇ ਬਾਕੀ ਸਾਰੇ
ਗੁਲਾਮਾਂ ਦੀ ਤਰ੍ਹਾਂ ਉਹਨਾਂ ਨੇ ਸਾਡੇ ਹੀ ਲੋਕ ਜੋ ਸਾਡੇ ਹੀ ਸਨ ਪੁਲਿਸ 'ਚ ਭਰਤੀ ਹੋਏ, ਉਹ ਸਾਡੇ ਹੀ ਆਜ਼ਾਦੀ ਘੁਲਾਟੀਆਂ ਨੂੰ ਮਾਰਦੇ ਸਨ। ਐਗਜ਼ੈਕਟਲੀ ਉਹ ਚੀਜ਼ ਅੱਜ ਤੱਕ ਜਾਰੀ ਹੈ ਕਿ ਉੱਪਰ ਕੁਝ ਗਿਣੇ ਚੁਣਿਆਂ ਨੂੰ ਜੋ ਆਰਡਰ ਕੀਤੇ ਜਾਂਦੇ ਨੇ ਹੇਠਲੀ ਪੱਧਰ ਤੱਕ, ਉਹ ਪੁਲਿਸ ਵਾਲੇ ਵੀ ਦੋਸਤੀ ਗੰਢਣ ਦੀ ਥਾਂ ਸਿਰਫ ਇੱਕ ਹੁਕਮ ਮੰਨਣ ਵਾਲੇ ਗੁਲਾਮ ਬਣਾ ਦਿੱਤੇ ਗਏ ਨੇ। ਨਤੀਜਾ ਇਹ ਕਿ ਦੋਸਤੀ ਨਹੀਂ ਲੱਭਦੀ, ਅਸੀਂ ਰਹਿੰਦੇ ਹਾਂ। ਇੱਕ ਮੈਂ ਸਭ ਤੋਂ ਵੱਡੀ ਗੱਲ ਮੈਂ ਹੁਣੇ ਗੱਲ ਕਰਕੇ ਹਟਿਆ ਸੀ ਪ੍ਰੋਗਰਾਮ ਤੋਂ ਪਹਿਲਾਂ ਕਿ ਗਾਲ ਤੋਂ ਬਿਨਾਂ ਤਾਂ ਪਤਾ ਨਹੀਂ ਕੀ ਅੰਗਰੇਜ਼ ਸਾਡੀ ਪੰਜਾਬ ਦੀ ਭਾਰਤ ਦੀ ਪੁਲਿਸ ਦੇ ਵਿੱਚ ਤੇ ਪਾਕਿਸਤਾਨ ਦੀ ਪੁਲਿਸ ਦੇ ਵਿੱਚ ਤੇ ਇੱਧਰ ਕੀ ਛੱਡ ਗਿਆ ਕਿ ਗਾਲ ਤੋਂ ਬਿਨਾਂ ਤਾਂ ਉਹ ਸਮਝਦੇ ਨਹੀਂ ਕਿ ਮੈਂ ਪੁਲਿਸ ਵਾਲਾ। ਬਿਲਕੁਲ, ਕਿਉਂਕਿ ਉਹਨਾਂ ਨੂੰ ਸਿੱਖਿਆ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਨੂੰ ਜੇ ਪੀਸਫੁਲ ਵੀ ਹੋ, ਤੁਸੀਂ ਕਿਤੇ ਮੁਜ਼ਾਹਰਾ ਕਰ ਰਹੇ ਹੋ, ਤੁਹਾਡਾ ਕੰਮ ਹੈ ਉਹਨਾਂ ਨੂੰ ਕ੍ਰਸ਼ ਕਰਨਾ, ਮਾਰਨਾ, ਖਤਮ ਕਰਨਾ, ਭੈ ਉਹਨਾਂ ਦੇ ਮਨਾਂ ਵਿੱਚ ਪੁਲਿਸ ਦਾ ਪੈਦਾ ਕਰਨਾ ਕਿ ਇੱਕ ਉੱਤੇ ਹੁਕਮਰਾਨ ਬੈਠੇ ਨੇ, ਉਹਨਾਂ ਦੇ ਵਿਰੁੱਧ ਆਵਾਜ਼ ਕੱਢੀ ਤੇ ਇਹ ਸਾਡੀਆਂ ਚੁੰਨੀਆਂ ਪਾੜ ਦੇਣਗੇ, ਢਿੱਡਾਂ 'ਚ ਠੁੱਡੇ ਮਾਰਨਗੇ, ਜਦ ਕਿ ਉਹ ਸਾਰੇ ਸਾਡੇ ਹੀ ਵਰਗੇ ਹੁੰਦੇ ਨੇ। ਪੁਲਿਸ 'ਚ ਭਰਤੀ ਹੋਣ ਤੋਂ 2 ਦਿਨ ਪਹਿਲਾਂ ਵੀ ਬੱਚੇ ਹੁੰਦੇ ਨੇ ਜੀ, ਆਪਣੇ ਘਰੋਂ ਗਏ ਹੁੰਦੇ ਨੇ। ਹਾਂ, ਬਿਲਕੁਲ ਉਹੀ ਬੱਚੇ ਹੁੰਦੇ ਨੇ ਜਿਹੜੇ ਇਸੇ ਸਿਸਟਮ ਨੂੰ ਨਿੰਦ ਰਹੇ ਹੁੰਦੇ ਨੇ ਜੀ। ਤੇ ਉਹ ਇਸ ਤਰੀਕੇ ਬੰਨ ਦਿੱਤੇ ਜਾਂਦੇ ਨੇ ਕਿ ਜੇ ਭਾਈ ਤੂੰ ਮਹੀਨੇ ਦੀ ਤਨਖਾਹ ਵੀ ਲੈਣੀ ਹੈ ਤਾਂ ਸਿਰਫ ਜੀ ਹਜ਼ੂਰੀ ਨਾਲ ਮਿਲ ਸਕਦੀ ਹੈ। ਭਾਵੇਂ ਦਿਲਾਂ ਵਿੱਚ ਉਹਨਾਂ ਦੇ ਬਾਅਦ ਵਿੱਚ ਆਤਮ ਗਿਲਾਨੀ ਵੀ, ਉਹਨਾਂ ਨੂੰ ਮਹਿਸੂਸ ਵੀ ਹੁੰਦਾ ਹੈ ਵੀ ਇਹ ਮਾੜਾ ਹੋਇਆ, ਪਰ ਉਸ ਸਮੇਂ ਉਹਨਾਂ ਨੇ ਸਾਰੇ ਦਾ ਸਾਰਾ ਜ਼ੋਰ ਕ੍ਰਸ਼ ਕਰਨ ਲਈ ਲਾਇਆ ਹੁੰਦਾ। ਇਹ ਇਕਾਂਤਵਾਸ ਵਿੱਚ ਪੁਲਿਸ ਦੀ ਵਰਤੋਂ ਬਹੁਤ ਵੱਡੀ ਤੌਰ ਤੇ, ਮੈਂ ਤੁਹਾਨੂੰ ਉਹ ਦੱਸ ਰਹੀ ਹਾਂ, ਇਹ ਜੋ ਚੀਜ਼ਾਂ ਦੱਸ ਰਹੀ ਹਾਂ ਮਨੋਵਿਗਿਆਨਿਕ ਜੋ ਵਿਸ਼ਵ ਪੱਧਰੀ ਨੇ ਉਹਨਾਂ ਦੀ ਖੋਜ ਹੈ ਕਿ ਕਿਉਂ ਭਾਰਤ ਦੇ ਵਿੱਚ ਲੋਕ ਛਾਲਾਂ ਵੀ ਮਾਰਨ ਲੱਗ ਗਏ, ਚੌਥੀ ਮੰਜ਼ਲ ਤੋਂ ਮਰਨ ਨੂੰ ਤਿਆਰ ਨੇ, ਇਕਾਂਤਵਾਸ ਜਾਣ ਨੂੰ ਤਿਆਰ ਨਹੀਂ, ਜਦਕਿ ਬਾਕੀ ਮੁਲਕਾਂ ਵਿੱਚ ਖਿੜੇ ਮੱਥੇ ਜਾਂਦੇ ਨੇ। ਕਾਰਨ ਇਹੋ ਕਿ ਉਹ ਪੁਲਿਸ ਦੇ ਹੱਥ ਵਿੱਚ ਇਹ ਸਾਰਾ ਕੁਝ ਫੜਾ ਦਿੱਤਾ ਗਿਆ, ਜਿਸ ਤਾਈਂ ਲੋਕ ਉਹ ਇਸ ਤਰੀਕੇ ਹੀ ਪੈ ਖਾਂਦੇ ਨੇ ਕਿ ਸਾਨੂੰ ਸ਼ਾਇਦ ਜੇਲ੍ਹਾਂ 'ਚ ਤਾੜ ਦਿੱਤਾ ਗਿਆ ਮਰਨ ਵਾਸਤੇ ਤੇ ਅਸੀਂ ਹੁਣ ਮੌਤ ਹੀ ਉਡੀਕ ਰਹੇ ਹਾਂ। ਇਹ ਬਹੁਤ ਵੱਡਾ ਕਾਰਨ ਉੱਭਰ ਕੇ ਸਾਹਮਣੇ ਆ ਰਿਹਾ ਜੋ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਅੰਦਰ ਬੰਦ ਕਰਕੇ ਜੰਦਰੇ ਲਾ ਕੇ ਬਾਹਰ ਪੁਲਿਸ ਖੜੀ ਹੈ। ਇਹ ਕੈਦ ਮਹਿਸੂਸ ਕਰ ਰਹੇ ਨੇ, ਨਾ ਕਿ ਉਹ ਆਪਣੇ ਆਪ ਨੂੰ ਇਹ ਸਮਝ ਰਹੇ ਨੇ ਕਿ ਅਸੀਂ ਇਕਾਂਤਵਾਸ 'ਚ ਰੱਖੇ। ਵਾਕਿਆ ਬਿਲਕੁਲ ਇੱਥੇ ਜੇਕਰ ਡਰ ਪੈ ਤਾਂ ਬਹੁਤ ਵੱਡੀ ਗੱਲ ਹੈ। ਜੇ ਆਪਾਂ ਗੱਲ ਕਰੀਏ ਡਾਕਟਰਾਂ ਦੇ ਵਿੱਚ ਵੀ ਕਿੰਨਾ ਡਰ ਪੈ ਗਿਆ, ਬਹੁਤ ਇੱਕ ਤਰ੍ਹਾਂ ਨਾਲ ਸਮਾਜ ਦੇ ਵਿੱਚ ਇਸ ਬਿਮਾਰੀ ਪ੍ਰਤੀ ਇੰਨਾ ਕੁ ਡਰ ਪੈਦਾ ਕਰ ਦਿੱਤਾ ਜਿਹਨੇ ਸਾਰੀਆਂ ਦੇ ਸਾਰੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਤਾਂ ਕੀਤਾ ਸਾਡੇ ਤਾਣੇ ਬਾਣੇ ਨੂੰ ਤੋੜ ਕੇ ਰੱਖ ਦਿੱਤਾ। ਬਿਲਕੁਲ। ਹੁਣ ਮੈਂ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਪੱਖ ਬਹੁਤ ਇੰਪੋਰਟੈਂਟ, ਕਿਉਂਕਿ ਮੈਂ ਤੁਹਾਨੂੰ ਉਹ ਸ਼ੇਅਰ ਕਰ ਰਹੀ ਹਾਂ ਜੋ ਸ਼ਾਇਦ ਅਜੇ ਤੱਕ ਨਹੀਂ ਕਿਸੇ ਨੇ ਜ਼ਿਕਰ ਕੀਤਾ ਹੋਣਾ। ਇਹ ਸਟੱਡੀ ਹੋਈ ਭਾਵੇਂ ਪੈਰਿਸ ਦੇ ਵਿੱਚ ਮਨੋਵਿਗਿਆਨੀਆਂ ਨੇ ਕੀਤੀ ਹੈ, ਪਰ 2 ਇੰਪੋਰਟੈਂਟ ਵਿਸ਼ੇ ਨੇ, ਇੱਕ ਜੋ ਮੈਂ ਹੁਣੇ ਸਾਂਝਾ ਕੀਤਾ, ਦੂਜਾ ਹੈ ਡਾਕਟਰਾਂ ਦਾ ਪੱਖ ਜੀ। ਹੁਣ ਡਾਕਟਰਾਂ ਵਿੱਚ ਸਾਡੇ ਕੀ ਹੁੰਦਾ ਜੀ, ਇੱਕ IAS ਕੈਡਰ ਜੀ, ਅੱਛਾ ਜੀ, ਜੋ ਕਿ ਦੁਨੀਆ ਭਰ ਨਾਲੋਂ ਅਸੀਂ ਵੱਖ ਹਿੰਦੁਸਤਾਨ 'ਚ ਕਿਉਂ, ਮੈਂ ਪਾਕਿਸਤਾਨ ਜਾਂ ਹਿੰਦੁਸਤਾਨ ਮੈਂ ਉਹ ਦੱਸ ਰਹੀ ਹਾਂ ਕਿ ਸਾਡੇ ਇੱਥੇ ਬਿਊਰੋਕਰੈਟਸ ਜੋ ਨੇ ਉਹ ਟੈਕਨੋਕਰੈਟਸ ਨੂੰ ਰੂਲ ਕਰਦੇ ਨੇ। ਯਾਨੀ ਇੱਕ BA ਪਾਸ ਆਦਮੀ ਇਹ ਦੱਸੇਗਾ ਕਿਸੇ ਵੀ ਈਵਨ PGI ਦੇ ਡਾਇਰੈਕਟਰ ਨੂੰ ਹੁਕਮ ਕਰੇਗਾ ਕਿ ਮੈਨੂੰ ਇਹ ਚੰਗਾ ਲੱਗਦਾ ਕਿ ਜਿਹੜੀਆਂ ਬਾਹਰੋਂ ਸੰਗਤਾਂ ਆਣਗੀਆਂ ਉਹਨਾਂ ਨੂੰ ਇਸ ਤਰੀਕੇ ਤੋਂ ਟੈਕਲ ਕਰਨਾ ਹੈ, ਆਹ ਤਰੀਕੇ ਅੰਦਰ ਵਾੜਨਾ। ਇਹ ਹੁਕਮ ਉੱਤੋਂ ਆਂਦਾ ਜੇ ਜਿਹਨੂੰ ABC ਡਾਕਟਰੀ ਦਾ ਪਤਾ ਨਹੀਂ ਹੁੰਦਾ ਜੀ। ਹੁਣ ਇਹ ਕਾਰਨ ਜੇ ਜੋ ਇਸ ਵੇਲੇ ਡਾਕਟਰਾਂ ਨੂੰ ਜਿਸ ਤਰੀਕੇ ਤਰੋੜਿਆ ਮਰੋੜਿਆ ਉਹ ਹੁਕਮਾਂ ਨਾਲ ਜਾ ਰਿਹਾ, ਨਤੀਜਾ ਇਹ ਹੋ ਰਿਹਾ ਕਿ ਡਾਕਟਰ ਆਪ ਵੀ ਹੱਥ ਬੰਨੇ ਮਹਿਸੂਸ ਕਰਦੇ ਨੇ ਕਿ ਹਰ ਰੋਜ਼ ਸਵੇਰੇ ਵੱਖਰਾ, ਸ਼ਾਮ ਨੂੰ ਵੱਖਰਾ। ਤੁਸੀਂ ਹੱਸੋਗੇ, ਹੈਰਾਨ ਹੋਵੋਗੇ ਜੇ ਮੈਂ ਦੱਸਾਂ ਕਿ ਇੱਕ ਟੈਕਨੋਕਰੈਟ ਨੂੰ ਇਹ ਉੱਤੋਂ ਹੁਕਮ ਆਂਦਾ ਵੀ ਅੱਜ ਤੇਰੇ ਕਮਰੇ ਵਿੱਚ ਇੰਨੇ ਤੋਂ ਇੰਨੇ AC ਚੱਲੇਗਾ, ਨਹੀਂ ਤਾਂ ਤੇਰੇ AC ਰਾਹੀਂ ਮਰੀਜ਼ਾਂ ਨੂੰ ਕਰੋਨਾ ਹੋ ਜਾਣਾ। ਯਾਨੀ ਹੱਦ ਹੋ ਚੁੱਕੀ ਹੈ ਸਾਡੀ ਵੀ ਅਸੀਂ ਇੱਕ ਜਨਰਲ BA ਪਾਸ ਆਦਮੀ ਨੂੰ, ਜਿਸ ਨੂੰ ਡਾਕਟਰੀ ਦਾ ABC ਨਹੀਂ ਪਤਾ, ਉਹ ਅੱਜ ਮਰੀਜ਼ਾਂ ਦੀ ਦੇਖ ਰੇਖ ਦੀਆਂ ਹਦਾਇਤਾਂ ਦਿੰਦਾ ਜੇ ਡਾਕਟਰਾਂ ਨੂੰ, ਤਾਂ ਡਾਕਟਰ ਵੀ ਹੱਥ ਜੋੜ ਕੇ ਪਰਾਂ ਹੋ ਗਏ ਨੇ ਕਿ ਸਾਨੂੰ ਇਹ ਨਹੀਂ ਪਤਾ ਸਵੇਰੇ ਇਹ ਜਿਹੜੇ ਆਈਸੋਲੇਸ਼ਨ 'ਚ ਪਾਏ ਇਹਨਾਂ ਦੀ ਅੱਜ AC ਲਾਣਾ, ਸ਼ਾਮ ਨੂੰ ਬੰਦ ਕਰਨਾ, ਅੱਜ ਸਵੇਰੇ ਠੰਡੀ ਚਾਹ ਦੇਣੀ ਹੈ, ਸ਼ਾਮ ਨੂੰ ਉਹ ਕਹਿੰਦਾ ਜੀ ਅੱਜ ਉਬਲੀ ਹੋਈ ਦੇਣੀ ਹੈ। ਸੋ ਇਹੋ ਜਿਹੀਆਂ ਹਦਾਇਤਾਂ, ਮੈਂ ਹਕੀਕਤ ਦੱਸ ਰਹੀ ਹਾਂ ਵੀ ਚਾਹ ਵੀ ਠੰਡੀ ਜਾਂ ਗਰਮ ਦੇਣੀ, ਹਦਾਇਤਾਂ ਉੱਪਰੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦੇ ਨਾਲੋਂ ਨਾਲ ਤੁਸੀਂ ਇਸ ਤੋਂ ਵੀ ਜ਼ਿਆਦਾ ਹੈਰਾਨ ਹੋਵੋਗੇ ਜੇ ਦੱਸੀਏ ਕਿ ਦਵਾਈ ਕਿਹੜੀ ਵਰਤਣੀ ਹੈ ਵੀ। ਹੁਣ ਇਹ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਕਿ ਤੁਸੀਂ ਇਹ ਦਵਾਈ ਹੁਣ ਵਰਤੋ, ਹੁਣ ਐਜ਼ਿਥਰੋਮਾਈਸਿਨ ਉੱਪਰੋਂ ਹੁਕਮ ਆਏ ਨੇ ਨਹੀਂ ਵਰਤੋ। ਯਾਨੀ ਹੁਣ ਕਮਾਲ ਹੀ ਹੋ ਗਈ ਕਿ ਅਸੀਂ ਕਰੋਨਾ ਦਾ ਮਜ਼ਾਕ ਬਣਾਇਆ ਤਾਂ ਹੈ,
ਪਰ ਜਿਹੜੇ ਅਸਲ ਲੱਗੇ ਹੋਏ ਇਸ ਕੰਮ ਲਈ ਨੇ ਉਹਨਾਂ ਦਾ ਵੀ ਮਜ਼ਾਕ ਬਣਾ ਦਿੱਤਾ ਤੇ ਲੋਕ ਆਵਾਜ਼ ਦੱਬ ਛੱਡੀ ਜਿਹੜੀ ਕਿ ਅਸਲ ਨੁਕਤਾ ਸੀ ਕਿ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਰੋਲ ਦਿੱਤਾ। ਭਾਈ ਤੁਸੀਂ ਕਰੋਨਾ ਤੇ ਖੜੇ ਹੋ ਜਾਓ, ਰੋਟੀ ਮਿਲਦੀ ਨਹੀਂ ਮਿਲਦੀ, ਤੁਹਾਡੇ ਹੱਕ ਖੋਏ ਗਏ ਕੋਈ ਗੱਲ ਨਹੀਂ, ਤਨਖਾਹਾਂ ਮਿਲਦੀਆਂ ਕੋਈ ਗੱਲ ਨਹੀਂ, ਕਿਸੇ ਚੀਜ਼ ਤੇ ਨਹੀਂ ਤੁਸੀਂ ਬੋਲਣਾ, ਕਰੋਨਾ ਦਾ ਡਰ ਪਾ ਕੇ ਮਰ ਜਾਓ, ਉਹੀ ਅਸਲ ਵਿੱਚੋਂ ਸਫਲ ਹੋ ਗਏ ਨੇ। ਤੇ ਅਸੀਂ ਲੋਕ ਉਸੇ ਡਰ ਦੇ ਇਰਦ ਗਿਰਦ ਆਪਣੇ ਦੁਆਲੇ ਇੱਕ ਚਾਦਰ ਚਾੜ ਕੇ ਸਭ ਕੁਝ ਬਾਕੀ ਭੁਲਾ ਚੁੱਕੇ ਹਾਂ। ਜੇ ਅਸੀਂ ਜਾਗੀਏ, ਇਹ ਆਲਾ ਦੁਆਲਾ ਜਿਹੜਾ ਅਸੀਂ ਜਿਸ ਚ ਲਪੇਟੇ ਗਏ ਆ ਇਹਨੂੰ ਤੋੜੀਏ, ਬਾਹਰ ਨਿਕਲੀਏ, ਯਕੀਨਨ ਇਹ ਭੈ ਸਾਡੇ ਮਨਾਂ ਵਿੱਚੋਂ ਖਤਮ ਹੋ ਜਾਏਗਾ। ਬਿਲਕੁਲ ਜੀ, ਕਿਸੇ ਵੀ ਚੀਜ਼ ਦਾ ਭੈ ਜਿਹੜਾ ਹੈਗਾ ਨਾ, ਪੰਜਾਬ ਆਪਾਂ ਗੱਲ ਕਹਿੰਦੇ ਕਿ ਜਿਵੇਂ ਸੱਪ ਭਾਵੇਂ ਮਿੱਟੀ ਖਾਣਾ ਹੀ ਲੜਿਆ ਹੋਵੇ, ਉਹ ਡਰ ਜਿਹੜਾ ਨਾ ਵੀ ਸੱਪ ਲੜ ਗਿਆ, ਬਿਲਕੁਲ ਉਹ ਕਈ ਵਾਰੀ ਜਾਨ ਲੈ ਜਾਂਦਾ। ਬਿਲਕੁਲ ਭਾਜੀ, ਅਸੀਂ ਇਹ ਭੁੱਲ ਗਏ ਆ ਕਿ ਆਖਰ ਪੰਜਾਬੀ ਹੁੰਦੇ ਕੌਣ ਸਨ। ਉਹ ਗਜ਼ਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਸਿਰ ਧੀਆਂ ਭੈਣਾਂ ਵਿਕਦੀਆਂ ਨੂੰ ਕਿਸ ਤਰੀਕੇ ਜਾਨ ਦੀ ਪਰਵਾਹ ਨਾ ਕੀਤੇ ਬਗੈਰ ਵਾਪਸ ਲਿਆਉਣ ਵਾਲੇ ਸਨ। ਤੇ ਅੱਜ ਇੱਕ ਨਿੱਕਾ ਜਿਹਾ ਵਾਇਰਸ ਇਹਨਾਂ ਨੂੰ ਇਸ ਤਰੀਕੇ ਗਿੜਗਿੜਾਉਣ ਉੱਤੇ ਮਜਬੂਰ ਕਰ ਦੇਵੇ। ਇਹ ਜੋ ਘੋੜਿਆਂ ਤੇ ਭੁੱਖੇ ਭਾਣੇ 2-2 3-3 ਦਿਨ ਰਾਤ ਯਾਨੀ ਕੱਢ ਜਾਂਦੇ ਸਨ, ਅੱਜ 2 ਘੰਟੇ ਚਾਹ ਨਾ ਮਿਲਣ ਤੇ ਇਸ ਤਰੀਕੇ ਗਿੜਗਿੜਾਉਣ, ਰੋਣ, ਪਿੱਟਣ, ਤੁਸੀਂ ਅੰਦਾਜ਼ਾ ਤਾਂ ਲਾਓ ਅਸੀਂ ਮਾਨਸਿਕ ਸਥਿਤੀ ਆਪਣੇ ਪੰਜਾਬੀਆਂ ਦੀ ਕੀ ਲਿਆ ਕੇ ਧਰ ਛੱਡੀਏ। ਚੁਫੇਰਿਓਂ ਦਬਾਅ ਪਾ ਪਾ ਕੇ ਇੱਕ ਕਰੋਨਾ ਕਰਕੇ ਕਿਉਂ ਅਸੀਂ ਅਣਖ ਰੋਲ ਦਿੱਤੀ ਆਪਣੀ। ਖੜੇ ਹੋਈਏ ਵਾਪਸ, ਅਸੀਂ ਉਹੀ ਆ। ਇਹ ਵਕਤ ਦੀ ਥੋੜੀ ਜਿਹੀ ਗੱਲ ਹੈ, ਕੁਝ ਘੰਟੇ ਕੁਝ ਦਿਨ ਲੰਘ ਜਾਣੇ ਨੇ, ਬਿਲਕੁਲ ਤਰ੍ਹਾਂ ਹੀ ਫਿਰ ਆ ਜਾਣੀ ਹੈ। ਪਰ ਆਪਣੇ ਮਨਾਂ ਵਿੱਚ ਚੜ੍ਹਦੀ ਕਲਾ ਮੇਰੇ ਕੋਲ ਦੇਖੋ ਇੱਕ ਵੀਡੀਓ ਆ ਰਹੀ ਹੈ ਜੀ, ਸਾਰਾ ਪਿੰਡ ਆਪਦੇ ਪਿੰਡ ਦੇ ਬੰਦੇ, ਮੈਨੂੰ ਤਾਂ ਉਹ ਸਥਿਤੀ ਪੈਦਾ ਹੋ ਗਈ ਕਿ ਉਹੀ ਮੌਬ ਲਿੰਚਿੰਗ ਵਾਲਾ ਸਿਸਟਮ ਨਾ ਸ਼ੁਰੂ ਹੋ ਜਾਏ ਵੀ ਜੇ ਕਿਤੇ ਆ ਜਾਏ ਤਾਂ ਵੀ ਡਾਂਗਾਂ ਨਾਲ ਹੀ ਆਪਦਿਆਂ ਨੂੰ ਕੁੱਟ-ਕੁੱਟ ਮਾਰਦੇ ਹੋ ਤੁਸੀਂ। ਬਿਲਕੁਲ ਸਹੀ ਹੈ ਜੀ, ਅੱਜ ਕੱਲ ਅਸੀਂ ਉਹ ਮਾਹੌਲ ਕਰ ਦਿੱਤਾ ਕਿ ਬਾਕੀ ਮੁੱਦਿਆਂ ਨੂੰ ਤੁਸੀਂ ਖਤਮ ਕਰਕੇ ਮੀਡੀਆ ਦਾ ਵੀ ਖਿਮਾ ਕਰਿਓ ਭਾਜੀ, ਤੁਹਾਡੇ ਤਾਂ ਕੁਝ ਜ਼ਰੂਰ ਸਿਲੈਕਟਿਵ ਜੋ ਇਸ ਪਾਸੇ ਵਧੀਆ ਆਵਾਜ਼ ਚੁੱਕ ਰਹੇ ਨੇ, ਨਹੀਂ ਤਾਂ ਵੱਡੀ ਪੱਧਰ ਤੇ ਮੀਡੀਆ ਨੂੰ ਵੀ ਔਰ ਧਿਆਨ ਵਡਾਉਣ ਲਈ ਕਿ ਲੋਕ ਆਪਣੇ ਹੱਕ ਹੀ ਭੁੱਲ ਜਾਣ, ਤੁਸੀਂ ਸਿਰਫ ਕਰੋਨਾ ਤੇ ਹੀ ਕੇਂਦਰਿਤ ਹੋ ਜਾਓ। ਤੇ ਉਹੀ ਕਾਰਨ ਹੈ ਕਿ ਅੱਜ ਦੁਨੀਆ ਭਰ ਚ, ਅਮਰੀਕਾ ਵਿੱਚ ਇੰਨੀ ਵੱਡੀ ਗਿਣਤੀ ਚ ਮੌਤਾਂ ਦੇ ਬਾਅਦ ਵੀ ਓਨੀ ਮਾਨਸਿਕ ਗਿਰਾਵਟ ਨਹੀਂ ਦਿਸ ਰਹੀ ਜਿੰਨੀ ਸਾਡੀ ਆ 2000 ਬਾਅਦ ਹੀ ਅਸੀਂ ਲੋਕ ਮਰਨ ਦੇ ਕਿਨਾਰੇ ਪਹੁੰਚੇ ਪਏ ਆ। ਸਿਰਫ ਕਾਰਨ ਇਹ ਕਿ ਡਰ ਸਾਡੇ ਮਨਾਂ ਵਿੱਚ ਵਾਰ-ਵਾਰ ਇਹ ਤੁੰਨ ਦਿੱਤਾ ਜਾਂਦਾ ਕਿ ਤੁਸੀਂ ਮਰ ਚੱਲੇ ਹੋ ਤਾਂ ਇਹਦਾ ਮਤਲਬ ਹੈ ਹੋਰ ਸਭ ਕੁਝ ਸੋਚਣਾ ਛੱਡ ਦਿਓ। ਇੱਕ ਪਲ ਸੋਚੀਏ, ਮੌਤ ਤਾਂ ਆਉਣੀ ਹੈ। ਬਿਲਕੁਲ ਅਸੀਂ ਅੱਜ ਤਾਂ ਜਿਉਂਦੇ ਆ, ਆਪਣੇ ਹੱਕਾਂ ਬਾਰੇ ਆਵਾਜ਼ ਕੱਢੀਏ ਤਾਂ ਉਸੇ ਪਲ ਇਹ ਮਨ ਚੋਂ ਢਹਿੰਦੀ ਕਲਾ ਗਾਇਬ ਹੋ ਜਾਣੀ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਜੇਕਰ ਕੋਈ ਵੀਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕੋਈ ਸਵਾਲਾਤ ਕਰਨਾ ਚਾਹੁੰਦਾ ਜੀ, ਉਹਨਾਂ ਦਾ ਸਵਾਗਤ ਹੈ। ਫੋਨ ਨੰਬਰ ਹੈ 98 149 10 666 ਤੇ 92 164 10 666। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਡਾਕਟਰ ਸ਼ਿੰਦਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਤੋਂ ਅਸੀਂ ਜਾਣਦੇ ਹਾਂ ਇਹ ਕਰੋਨਾ ਦੇ ਦੌਰਾਨ, ਜਿਵੇਂ ਭੈਣ ਜੀ ਤੁਸੀਂ ਗੱਲ ਕੀਤੀ, ਤਮਾਮ ਆਪਾਂ ਕੋਈ ਐਸਾ ਪਹਿਲੂ ਨਹੀਂ ਛੱਡਿਆ ਕਿ ਪੁਲਿਸ ਦਾ ਰੋਲ ਕੀ ਹੈ, ਇਕਾਂਤਵਾਸ ਸੈਂਟਰਾਂ ਦਾ ਰੋਲ ਕੀ ਹੈ, ਜਾਂ ਉੱਥੇ ਸਾਨੂੰ ਛੱਡਣ ਤੋਂ ਪਹਿਲਾਂ ਕਾਉਂਸਲਿੰਗ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪਿਆਰ ਮੁਹੱਬਤ, ਉਹਨਾਂ ਨੂੰ ਅਛੂਤ ਨਾ ਸਮਝਿਆ ਜਾਵੇ, ਉਹ ਵੀ ਸਾਡੇ ਨੇ। ਪਰ ਸਭ ਤੋਂ ਵੱਡਾ ਰੋਲ, ਜਿਵੇਂ ਤੁਸੀਂ ਆਖਿਆ ਕਿ ਮੀਡੀਆ ਨੇ ਜਿਹੜਾ ਰੋਲ ਅਦਾ ਕੀਤਾ, ਉਹ ਸਭ ਤੋਂ ਦੁਖਦਾਈ ਰੋਲ ਮੈਨੂੰ ਨਜ਼ਰ ਆਉਂਦਾ। ਆਪਾਂ ਇੱਕ ਕਾਲ ਲੈ ਲਈਏ ਫਿਰ ਅੱਗੇ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, 92 164 ਤੇ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਸਵਾਲ ਹੈ, ਜਿੱਦਾਂ ਹੁਣ ਅੱਜ ਕੱਲ੍ਹ ਕਰੋਨਾ ਵਾਇਰਸ ਚੱਲਣ ਡਿਆ, ਲੋਕ ਡਰਦੇ ਵੀ ਆ, ਚਲੋ ਹੌਸਲਾ ਵੀ ਤੁਸੀਂ ਦਿੰਦੇ ਹੋ ਸਾਰੇ ਰਲ ਕੇ। ਜਦੋਂ ਕਰੋਨਾ ਵਾਇਰਸ ਠੀਕ ਹੋ ਜਾਂਦਾ ਮਰੀਜ਼ ਨੂੰ, ਉਸ ਤੋਂ ਬਾਅਦ ਵਿੱਚ ਕੋਈ ਇਹਨੂੰ ਪ੍ਰੋਬਲਮ ਆਉਂਦੀ ਹੈ ਫਿਊਚਰ ਵਿੱਚ ਜਾਂ ਨਹੀਂ? ਜੀ ਭੈਣ ਜੀ। ਹਾਂ ਜੀ, ਬਹੁਤ ਵਾਜਬ ਸਵਾਲ ਤੁਸੀਂ ਪੁੱਛਿਆ ਜੀ। ਅਸਲ 'ਚ ਭਾਜੀ ਕਰੋਨਾ ਵਾਇਰਸ ਨਵੀਂ ਨਹੀਂ ਹੈ, ਪਹਿਲਾਂ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ। ਬਿਲਕੁਲ, ਕਰੋਨਾ ਵਾਇਰਸ ਦੀਆਂ 400 ਕਿਸਮਾਂ ਨੇ ਜੋ ਆਦ ਸਮੇਂ ਤੋਂ ਅਜੇ ਸ਼ਾਇਦ ਸਾਡੇ, ਮੇਰਾ ਖਿਆਲ ਹੈ ਪੜਦਾਦਿਆਂ ਦੇ ਵੀ ਪੜਦਾਦਿਆਂ ਨੂੰ ਜ਼ਰੂਰ ਹੁੰਦੀ ਹੋਏਗੀ ਖੰਘ ਜ਼ੁਕਾਮ। ਇਹ ਜੋ ਸਾਡੇ ਕੋਲ ਦਰਜ ਪੁਰਾਣੀਆਂ, ਬਹੁਤ ਪੁਰਾਣੇ ਆਦ ਗ੍ਰੰਥਾਂ 'ਚ ਵੀ ਜ਼ਿਕਰ ਮਿਲ ਜਾਂਦਾ ਹੈ ਕੁਛ ਕਿ ਇਹ ਬਿਮਾਰੀਆਂ ਉਦੋਂ ਵੀ ਸਨ। ਇਹ ਵਾਇਰਸਿਸ ਯਾਨੀ ਇਨਸਾਨ ਤੋਂ ਪਹਿਲਾਂ ਦੇ ਨੇ। ਸੋ ਇਹਨਾਂ ਨੇ ਖੰਘ ਜ਼ੁਕਾਮ ਕਰਨਾ ਹੀ ਹੁੰਦਾ। ਤੇ ਅਸੀਂ ਹਰ ਸਾਲ ਜਦੋਂ ਭਾਵੇਂ ਇਹ ਜਿੰਨੇ ਵੀ ਆਏ, ਸਾਰਸ, ਮਾਰਸ, ਐਬੋਲਾ, ਜੋ ਵੀ ਸਪੈਨਿਸ਼ ਫਲੂ, ਕਿੰਨੀਆਂ ਚੀਜ਼ਾਂ ਆਂਦੀਆਂ ਰਹੀਆਂ ਨੇ,
ਇਹ ਇੱਕ ਪਹਿਲੇ ਸਾਲ ਜਦੋਂ ਸਾਡਾ ਸਰੀਰ ਅਜੇ ਉਹਨਾਂ ਨੂੰ, ਕਿਉਂਕਿ ਇਹ ਕਿਸਮਾਂ ਬਦਲਦੀਆਂ ਨੇ, ਕਰੋਨਾ ਵੀ ਜਿਵੇਂ ਮੈਂ ਦੱਸਿਆ ਇੰਨੀਆਂ ਕਿਸਮਾਂ ਨੇ, ਸਾਡਾ ਸਰੀਰ ਉਹਨਾਂ ਸਾਰਿਆਂ ਤੋਂ ਇਸ ਵੇਲੇ ਅਲਰਟ ਵੀ ਹੋ ਚੁੱਕਿਆ, ਇਮਿਊਨ ਵੀ ਹੋ ਚੁੱਕਿਆ। ਸੋ ਆਮ ਖੰਘ ਜ਼ੁਕਾਮ ਲਈ ਤੁਸੀਂ ਦੇਖੋ ਸਾਡੀਆਂ ਦਾਦੀਆਂ ਨਾਨੀਆਂ ਦੇ ਨੁਸਖੇ ਸਹੀ ਸਾਬਤ ਹੁੰਦੇ ਰਹੇ ਨੇ। ਬਿਲਕੁਲ ਜੀ। ਜੋ ਇਹ ਥੋੜੀ ਜੀ ਤਬਦੀਲੀ ਕਰਕੇ ਆਈ ਹੈ ਸਿਰਫ ਇਸ ਲਈ ਕਿ ਉਹ ਇੱਕਦਮ ਸਾਨੂੰ ਅਜੇ ਸਮਝ ਨਹੀਂ ਪਈ ਕਿ ਇਹ ਕਿਸ ਪਾਸਿਓਂ ਮਾਰ ਪਾਏਗੀ। ਜਿਵੇਂ ਵੈਂਟੀਲੇਟਰਾਂ ਤੇ ਪਾਉਂਦੇ ਰਹੇ, ਉਦੋਂ ਪਤਾ ਹੀ ਨਹੀਂ ਸੀ ਕਿ ਹਵਾ ਦਾ ਆਦਾਨ ਪ੍ਰਦਾਨ ਨਹੀਂ, ਸਗੋਂ ਲਹੂ ਜੰਮ ਰਿਹਾ, ਉਸ ਕਰਕੇ ਮਰ ਰਹੇ ਨੇ। ਤੇ ਉਸ ਕਾਫੀ ਵੱਡੀ ਗਿਣਤੀ 'ਚ ਲੋਕ ਮਰ ਗਏ ਜੋ ਵੈਂਟੀਲੇਟਰਾਂ ਤੇ ਪਾਏ। ਕਾਰਨ ਇਹੋ ਸੀ ਕਿ ਉਦੋਂ ਤੱਕ ਇਸ ਵਾਇਰਸ ਦੀ ਅਜੇ ਸਾਨੂੰ ਸਮਝ ਨਹੀਂ ਸੀ, ਕਨਫਿਊਜ਼ ਸੀਗਾ, ਵਰਡ ਕਨਫਿਊਜ਼ ਸੀਗਾ ਜੀ। ਸੈਕੰਡ ਕਾਲ ਲੈ ਲਈਏ। ਸਮਝ ਆ ਚੁੱਕੀ ਹੈ, ਜਿਸ ਲਈ ਦਵਾਈਆਂ ਵੱਲ ਵੀ ਅਸੀਂ ਦੇਖ ਲਿਆ ਕਿ ਦਵਾਈਆਂ ਨਾਲੋਂ ਚੜ੍ਹਦੀ ਕਲਾ ਜ਼ਿਆਦਾ ਅਸਰਦਾਰ ਜੇ, ਇਮਿਊਨਿਟੀ ਵਧਾ ਦਈਏ। ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਰਹੀਏ, ਪਾਠ ਕਰੀਏ, ਗੁਰੂ ਮਹਾਰਾਜ ਮਿਹਰ ਕਰੂਗਾ ਜੀ, ਮਨ ਨੂੰ ਸ਼ਾਂਤੀ ਰੱਖੀ। ਉਹਨਾਂ ਨੂੰ ਠੀਕ ਉਹਦੇ ਨਾਲ ਹੋ ਰਹੇ ਆ। ਸੋ ਇਸੇ ਲਈ ਵੀਰ ਕਰੋਨਾ ਹਰ ਸਾਲ ਸਾਨੂੰ ਹੁੰਦੀ ਹੈ। ਖੰਘ ਜ਼ੁਕਾਮ ਇਹ ਨਹੀਂ ਹੋਇਆ ਜਿਹਨੂੰ ਇੱਕ ਵਾਰ ਹੋ ਗਿਆ ਦੁਬਾਰਾ ਹੋਣਾ ਹੀ ਨਹੀਂ। ਗੱਲ ਤਾਂ ਇਹੀ ਹੈ ਜੀ, ਮੈਂ ਹੁਣ ਏਸੀ ਦੇ ਅੱਗੇ ਬੈਠਾ, ਬਿਲਕੁਲ ਛਾਤੀ ਨੂੰ ਪੈਂਦੀ ਹੈ, ਮੈਨੂੰ ਡਰ ਜਾ ਲੱਗਣ ਲੱਗ ਪੈਂਦਾ ਜੀ। ਸੋ ਇਹ ਕਰੋਨਾ ਇਸ ਸਾਲ ਹੈ ਤਾਂ ਸਮਝ ਲਓ ਕਿ ਅਗਲੀ ਜਦ ਤੱਕ ਅਸੀਂ ਜਿਉਂਦੇ ਨੇ ਆਈ ਜਾਣਾ ਫਾਰ-ਵਾਰ, ਪਰ ਸਾਡੀ ਇਮਿਊਨਿਟੀ ਬਣ ਜਾਏਗੀ, ਦੁਬਾਰਾ ਵੀ ਅਸਰ ਕਰੇਗੀ ਤਾਂ ਸਾਨੂੰ ਘੱਟ ਇਹਦੇ ਨਾਲ ਤਕਲੀਫ ਹੋਏਗੀ। ਤੀਸਰੇ ਸਾਲ ਆਏਗੀ ਤੇ ਅਸੀਂ ਇਹਨੂੰ ਗੌਰ ਹੀ ਨਹੀਂ ਕਰਾਂਗੇ, ਉਦੋਂ ਨੂੰ 4 ਸਾਲਾਂ ਬਾਅਦ ਇੱਕ ਹੋਰ ਨਵੀਂ ਕਿਸਮ ਦੀ ਸ਼ੁਰੂ ਹੋ ਜਾਏਗੀ। ਯਾਨੀ ਇਹ ਵਾਇਰਸਿਸ ਦਾ ਕੰਮ ਹੈ ਆਣਾ। ਸਾਡਾ ਸਿਰਫ ਧਿਆਨ ਇਹਦੇ ਪਾਸਿਓਂ ਹਟ ਕੇ ਇੱਕੋ ਪਾਸੇ ਹੋਣਾ ਚਾਹੀਦਾ ਕਿ ਅਸੀਂ ਆਪਣੀ ਇਮਿਊਨਿਟੀ ਹੁਣ ਠੀਕ ਰੱਖਣੀ ਹੈ। ਕੁਦਰਤ ਨੇ ਸੁਨੇਹਾ ਦਿੱਤਾ, ਸੰਤੁਲਿਤ ਖੁਰਾਕ ਖਾਓ, ਐਕਸਰਸਾਈਜ਼ ਰੋਜ਼ ਕਰੋ, ਚੜ੍ਹਦੀ ਕਲਾ ਚ ਰਹੋ। 3 ਚੀਜ਼ਾਂ ਤੋਂ ਇਲਾਵਾ ਸੱਚ ਦੱਸਾਂ ਚੌਥੀ ਚੀਜ਼ ਦੀ ਲੋੜ ਨਹੀਂ, ਤੇ ਤੁਸੀਂ ਕਰੋਨਾ ਛੱਡ ਕੇ ਕੈਂਸਰ ਤੋਂ ਵੀ ਫਤਿਹ ਪਾ ਜਾਓਗੇ, ਜਿਹਦੇ ਅੱਗੇ ਮੌਤ ਯਕੀਨੀ ਹੋ ਜਾਂਦੀ ਹੈ। ਬਿਲਕੁਲ। ਸੋ ਕਰੋਨਾ ਆਏਗੀ ਦੁਬਾਰਾ, ਫਿਕਰ ਨਹੀਂ ਕਰੋ, ਫੇਰ ਆਏਗੀ, ਪਰ ਅਸੀਂ ਡਰਨਾ ਛੱਡਣਾ ਹੈ ਜੀ। 98 ਤੇ ਆਉਨੇ ਰਹੋ ਜੀ। ਹਾਂਜੀ ਰਾਜਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾ ਬੋਲ ਰਹੇ ਹੋ ਜੀ? ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ। ਕੱਲ੍ਹ ਤੋਂ ਸਿਕੰਦਰ ਸਿੰਘ ਬੋਲ ਰਹੇ ਹਾਂ ਜੀ। ਜੀ ਹਾਂਜੀ ਵੀਰ ਜੀ। ਹਾਂ, ਜਿਹੜੇ ਭੈਣ ਜੀ ਨੇ ਵਿਚਾਰ ਦੱਸੇ ਨਾ ਆਪਣੇ, ਬਹੁਤ ਵਧੀਆ ਦੱਸਿਆ ਵੀ ਬਿਊਰੋਕ੍ਰੇਸੀ ਇਹਨਾਂ ਦੇ ਕੰਮ 'ਚ ਕਿੱਦਾਂ ਦਖਲ ਦਿੰਦੀ ਹੈ ਜੀ। ਤੇ ਤੁਹਾਨੂੰ ਇੱਕ ਬੇਨਤੀ ਆ ਵੀ ਤੁਸੀਂ ਸੈਕਟਰੀ ਹੈਲਥ ਨਾਲ ਵੀ ਇਸੇ ਵਿਸ਼ੇ ਤੇ ਗੱਲ ਕਰੋ ਨਾ, ਵੀ ਤੁਹਾਡੀ ਬਿਊਰੋਕ੍ਰੇਸੀ ਕਿਉਂ ਦਖਲ ਦਿੰਦੀ ਹੈ। ਮਿਹਰਬਾਨੀ ਹੋਊਗੀ। ਮੈਂ ਕਰ ਲੂੰਗਾ ਜੀ, ਫੋਨ ਚੱਕਣ ਮੈਂ ਤਾਂ ਨਾਲ ਦੀ ਨਾਲ ਲੈ ਲੂ ਲਾਈਨ ਤੇ। ਅੱਜ ਜਿਵੇਂ ਮੂਸੇ ਵਾਲੀ ਦੀ ਜਿਵੇਂ ਮੈਨੂੰ ਵੀਡੀਓ ਮਿਲੀ, ਮੈਂ ਹਾਂਜੀ ਉਹ ਬਹੁਤ ਧੰਨਵਾਦ ਤੁਹਾਡਾ, ਬਹੁਤ ਤੁਸੀਂ ਲੇਟੈਸਟ ਨਿਊਜ਼ ਦਿੱਤੀ, ਬਹੁਤ ਵਧੀਆ ਗੱਲ ਆ, ਉਹ ਹੋਣਾ ਚਾਹੀਦਾ। ਉਹ ਸਵੇਰੇ ਮੈਂ ਆ ਗਈ ਮੇਰੇ ਸਾਹਮਣੇ ਤੇ ਮੈਂ ਨਾਲ ਦੀ ਨਾਲ ਪਾ ਕੇ ਤੇ ਸਵੇਰ ਦਾ ਹੀ ਕਰਕੇ ਹੁਣ ਧਨੌਲੇ ਪਰਚਾ ਵੀ ਦਰਜ ਹੋ ਗਿਆ ਜੀ ਉਹ ਤੇ। ਹੈ ਹਾਂ ਬਿਲਕੁਲ ਜੀ, ਬਿਲਕੁਲ ਵਧੀਆ ਗੱਲ ਹੋਈ ਆ। ਹਾਂਜੀ ਬਿਲਕੁਲ, ਧੰਨਵਾਦ। ਬਿਊਰੋਕ੍ਰੇਸੀ ਵਾਲਿਆਂ ਨਾਲ ਜ਼ਰੂਰ ਕੰਟੈਕਟ ਕਰੋ ਵੀ ਇਹਨਾਂ ਦੇ ਵਿਊ ਲਿਓ, ਇਹਨਾਂ ਦੇ ਭੈਣ ਜੀ। ਬਿਲਕੁਲ ਲੈ ਲੈਂਦੇ ਜੀ, ਬਿਲਕੁਲ। ਇਹ ਗੱਲ ਬੜੀ ਵਧੀਆ ਜੀ ਤੁਹਾਡੀ, ਸਹੀ ਗੱਲ ਹੈ। ਧੰਨਵਾਦ ਜੀ, ਥੈਂਕ ਯੂ, ਮਿਹਰਬਾਨੀ ਜੀ। ਤੇ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕੀਤੀ, ਸਭ ਤੋਂ ਪਹਿਲਾਂ ਤਾਂ ਸਾਨੂੰ ਮਾਨਸਿਕ ਤੌਰ ਦੇ ਉੱਤੇ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੇ ਲਈ ਪ੍ਰਪੇਅਰ ਹੋਣਾ ਪਊਗਾ। ਭਾਜੀ ਮੈਂ 2 ਬਹੁਤ ਅਹਿਮ ਨੁਕਤੇ, ਕਿਉਂਕਿ ਤੁਹਾਡੀ ਆਵਾਜ਼ ਲੱਖਾਂ ਤੋਂ ਵੀ ਵੱਧ ਪਹੁੰਚਦੀ ਜੇ ਲੋਕਾਂ ਤਾਈਂ, 2 ਬਹੁਤ ਇੰਪੋਰਟੈਂਟ ਨੁਸਖੇ ਮੈਂ ਜ਼ਰੂਰ ਦੱਸਣੇ ਚਾਹੁੰਦੀ ਹਾਂ। ਇਹ ਕਿਉਂਕਿ ਪੂਰੀ ਦੁਨੀਆ 'ਚ ਇਸ ਵੇਲੇ ਇਹਦਾ ਡਰ ਫੈਲਿਆ ਪਿਆ। ਤੇ ਇੱਕ ਵੱਡੀ ਗੱਲ ਜੋ ਅਸੀਂ ਵੇਖ ਰਹੇ ਹਾਂ, ਨਿੱਕੇ ਬੱਚਿਆਂ ਤੋਂ ਵੀ ਲੈ ਕੇ, ਮੈਂ ਹਾਈ ਚਾਈਲਡ ਸਪੈਸ਼ਲਿਸਟ ਦੇਖ ਰਹੇ ਹਾਂ, 2 ਸਾਲ ਦੇ ਬੱਚੇ ਨੂੰ ਵੀ ਰਬੜ ਬੈਂਡ ਚਾੜ ਕੇ ਯਾਨੀ ਗਲਵਜ਼ ਪਾ ਕੇ ਲਿਆਇਆ ਜਾ ਰਿਹਾ। ਉਹ ਬੱਚਾ ਉਸੇ ਗਲਵਜ਼ ਨਾਲ ਖੁਰਕਦਾ, ਅੱਖਾਂ ਮਲਦਾ, ਉਸੇ ਨਾਲ ਕੱਪੜੇ ਛੇੜਦਾ, ਪਾਸਿਆਂ ਵੱਲ ਹੱਥ ਲਾਉਂਦਾ। ਮੈਂ ਸਪਸ਼ਟ ਕਰ ਦਿਆਂ ਕਿ ਇਹ ਗਲਵਜ਼ ਜੋ ਪਲਾਸਟਿਕ ਦੇ ਨੇ, ਉਹਨਾਂ ਦੇ ਉੱਤੇ ਕਰੋਨਾ 4 ਦਿਨ ਤੱਕ ਚਿਪਕਿਆ ਰਹਿ ਸਕਦਾ, ਜਦ ਕਿ ਆਪਣੇ ਹੱਥ ਧੋਂਦੇ ਸਾਰ ਸਕਿੰਟਾਂ ਵਿੱਚ ਉਹ ਪਰਾਂ ਤੁਰ ਜਾਂਦਾ। ਬਿਲਕੁਲ ਉਹੀ ਗੱਲ ਹੈ ਨਾ, ਗਲਵਜ਼ ਨੇ ਪ੍ਰੋਟੈਕਸ਼ਨ ਆਮ ਇਹ ਘਰਾਂ ਵਿੱਚ ਗਲਵਜ਼ ਨਹੀਂ ਪਾਣੇ ਕਿਸੇ ਵੀ ਹਾਲ 'ਚ, ਡਾਕਟਰਾਂ ਲਈ ਰਹਿਣ ਦਿਓ। ਜੇ ਤੁਸੀਂ ਬਾਹਰ ਵੀ ਨਿਕਲਿਓ, ਤੁਸੀਂ ਗਲਵਜ਼ ਸਿਰਫ ਉਦੋਂ ਜੇ ਤੁਸੀਂ ਕਰੋਨਾ ਦੇ ਮਰੀਜ਼ ਨੂੰ ਹੈਂਡਲ ਕਰਨਾ ਤਾਂ ਪਾਓ, ਨਹੀਂ ਤਾਂ ਗਲਵਜ਼ ਨਹੀਂ ਪਾਣੇ, ਸਗੋਂ ਇਹ ਬਿਮਾਰੀ ਦਾ ਕਾਰਨ ਬਣਦੇ ਜਾ ਰਹੇ ਨੇ। ਅਮਰੀਕਨ ਜਰਨਲ ਆਫ ਜਿਹੜੀ ਇਹ ਇਸ ਵੇਲੇ ਇਨਫੈਕਸ਼ੀਅਸ ਡਿਜ਼ੀਜ਼ਸ ਵਿੱਚ ਛਪ ਕੇ ਆ ਗਿਆ, ਤੇ ਸਾਡੇ ਰਿਸਰਚ ਜੋ ਇਸ ਵੇਲੇ ਜਰਮਨੀ ਵਿੱਚ ਵੀ ਹੋਈ, ਉਹਦੇ 'ਚ ਵੀ ਸਪਸ਼ਟ ਹੋ ਗਿਆ ਕਿ ਇਹ ਸਗੋਂ ਇੱਕ ਕਾਰਨ ਬਣ ਰਿਹਾ ਬੱਚਿਆਂ ਵਿੱਚ ਵੱਧ ਇਨਫੈਕਸ਼ਨ ਜਾਂ ਵੱਡਿਆਂ ਵਿੱਚ ਵੱਧ ਇਨਫੈਕਸ਼ਨ ਦਾ। ਸੋ ਗਲਵਜ਼ ਪਾਣੇ ਕਿਰਪਾ ਕਰਕੇ ਛੱਡ ਦਿਓ। ਤੁਸੀਂ ਉਂਝ ਬਾਹਰ ਗਏ ਹੋ ਤੇ ਹੱਥ ਵੈਸੇ ਧੋ ਲਓ। ਇੱਕ ਹੋਰ ਬੜੀ ਇੰਪੋਰਟੈਂਟ ਗੱਲ, ਅਸੀਂ ਹਰ 2 ਮਿੰਟ 5 ਮਿੰਟ ਬਾਅਦ ਮੈਂ ਦੇਖਿਆ ਲੋਕ ਜੇਬਾਂ ਵਿੱਚ ਪਾ ਕੇ ਸੈਨੀਟਾਈਜ਼ਰ ਫਿਰ ਰਹੇ ਨੇ। ਉਹ ਹੱਥ ਖੁਸ਼ਕ ਹੋ ਗਏ ਜੀ, ਹੱਥ ਖੁਸ਼ਕ ਹੋ ਗਏ, ਬੁਰਾ ਹਾਲ ਹੋ ਗਿਆ ਜੀ। ਬਾਜੀ ਉਹ ਬਿਮਾਰੀ ਬਣ ਰਹੀ ਜੇ ਚਮੜੀ ਦੀ, ਨਾ ਜੀ ਨਾ, ਇੱਕ ਚਮੜੀ ਦੀ ਬਿਮਾਰੀ ਤੋਂ ਬਣ ਰਹੀ ਹੈ। ਕਈ ਵਾਰੀ ਜਦੋਂ ਕੋਈ ਬੰਦਾ ਬਾਹਲੇ ਵਾਰੀ ਹੱਥ ਧੋਦਾ, ਉਹ ਕਹਿੰਦੇ ਵੀ ਮਾਨਸਿਕ ਬਿਮਾਰ ਆ।
ਬਿਲਕੁਲ ਨਹੀਂ, ਨਾਲੇ ਗੱਲ ਸਮਝੋ ਕਿ ਤੁਸੀਂ ਸੈਨੀਟਾਈਜ਼ ਕਰ ਲਿਆ ਤਾਂ ਉਹਦਾ ਅਸਰ ਤਾਂ ਰਹਿਣਾ ਜੇ 2-3 ਘੰਟੇ, ਉਹ ਨਹੀਂ ਦੁਬਾਰਾ ਚਿੰਬੜਦਾ ਕਰੋਨਾ। ਬਿਲਕੁਲ ਤੁਸੀਂ ਝੱਲਿਆ ਵਾਂਗ ਹੱਥ ਨੂੰ ਸੈਨੀਟਾਈਜ਼ ਨਹੀਂ ਕਰੋ, ਦਿਨ ਵਿੱਚ 4 ਵਾਰ ਵੀ ਹੱਥ ਧੋ ਲਏ ਸਫੀਸ਼ੀਐਂਟ ਜੇ, ਬਸ 20 ਸਕਿੰਟ ਜ਼ਰੂਰੀ ਧੋਣੇ ਜੇ। ਪਰ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਭਾਜੀ, ਜਿਹੜੇ ਅੱਜ ਕੱਲ ਨਾ N95 ਮਾਸਕ ਆਮ ਲੋਕ, ਖਾਸ ਕਰ ਜੇ ਪੁਲਿਸ ਵਾਲੇ ਮੇਰੇ ਵੀਰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਦੱਸ ਦਿਆਂ ਕਿ N95 ਮਾਸਕ ਸਗੋਂ ਜੇ ਲੰਮੇ ਸਮੇਂ ਤੱਕ, ਜਿਹਦੇ ਚ ਕਿ 6 ਤੋਂ 7 ਘੰਟੇ ਅਸੀਂ ਡਿਊਟੀ ਦੇ ਦੌਰਾਨ ਜੇ ਪਾਈ ਰੱਖਦੇ ਹਾਂ, ਇਹ ਸਾਬਤ ਹੋ ਚੁੱਕਿਆ ਤੱਥ, ਜਿਹਦੇ ਚ ਰੈਸਪੀਰੇਟਰਸ ਲੱਗੇ ਹੋਏ ਨੇ ਉਹ ਵਾਲੇ, ਉਹਨਾਂ ਚ ਕਾਰਬਨ ਡਾਈਆਕਸਾਈਡ ਐਕਿਊਮੂਲੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਜੇ, ਜੋ ਸਾਹ ਰਹੀ ਅਸੀਂ ਬਾਹਰ ਕੱਢਣੀ ਜੇ, ਉਹ ਉਸੇ ਦੇ ਵਿੱਚ ਹੀ ਅੰਦਰ ਘੁਲੀ ਫਿਰੀ ਜਾਂਦੀ ਜੇ। ਉਹਦੇ ਨਾਲ ਤੁਹਾਨੂੰ ਡਿਜ਼ੀਨੈਸ, ਸੁਸਤੀ, ਜਿਵੇਂ ਚੱਕਰ ਜਿਹੇ ਆਣੇ, ਚੁਸਤ ਨਾ ਮਹਿਸੂਸ ਹੋਣਾ, ਥਕਾਵਟ ਲੱਗਣੀ, ਸਿਰ ਭਾਰਾ ਹੋਣ ਲੱਗ ਜਾਣਾ, ਇਹ ਚੀਜ਼ਾਂ ਸਪਸ਼ਟ ਹੋ ਚੁੱਕੀਆਂ ਜੇ, ਪਬਲਿਸ਼ ਹੋਈਆਂ ਖੋਜਾਂ ਜੇ। ਸੋ ਤੁਸੀਂ ਆਮ ਨਾਰਮਲ ਮਾਸਕ ਪਾਓ। ਇਹ ਚੀਜ਼ਾਂ ਡਾਕਟਰਾਂ ਦੇ ਸਿਰ ਸੁੱਟ ਦਿਓ ਕਿ ਜਦੋਂ ਤੁਸੀਂ ਮਰੀਜ਼ ਦੇਖਣੇ ਨੇ ਉਦੋਂ ਪਾਉਣ ਲਈ ਨੇ। ਆਮ ਜਨਤਾ ਦੇ ਮਨਾਂ ਚੋਂ ਡਰ ਕੱਢਣ ਲਈ ਤੁਹਾਨੂੰ ਮੈਂ ਦੱਸ ਦਿਆਂ, ਸਿੰਪਲ ਕੱਪੜੇ ਦਾ ਮਾਸਕ ਵੀ ਬਹੁਤ ਵਧੀਆ ਜੇ। ਇਹ ਨਹੀਂ, ਇਹਨਾਂ ਚੀਜ਼ਾਂ ਵੱਲ ਪੈਸੇ ਜ਼ਾਇਆ ਨਾ ਕਰੋ, ਇਹ ਸਗੋਂ ਤੁਹਾਨੂੰ ਬਿਮਾਰ ਕਰਦੀਆਂ ਜੇ। ਅਸੀਂ ਨਾਰਮਲ ਵੀ ਸੋਸ਼ਲ ਡਿਸਟੈਂਸਿੰਗ, ਸ਼ੁਕਰ ਹੈ, ਮੈਂ ਤਾਂ ਕਹਿੰਦੀ ਹਾਂ ਵੀ ਇਸੇ ਬਹਾਨੇ ਹੀ ਸਮਝ ਆਏਗੀ, ਨਹੀਂ ਤਾਂ ਵਿਕਸਿਤ ਮੁਲਕਾਂ ਚ ਆਰਾਮ ਨਾਲ ਲਾਈਨਾਂ ਚ ਲੱਗੇ ਹੁੰਦੇ, ਸਾਡੇ ਹੀ ਦਬੜ ਘੁੱਸ ਕਰਕੇ ਇੱਕ ਦੂਜੇ ਉੱਤੇ ਜਾਨਵਰਾਂ ਵਾਂਗ ਟੁੱਟ ਪੈਂਦੇ ਆ। ਸ਼ੁਕਰ ਇਸੇ ਬਹਾਨੇ ਅਕਲ ਆਏਗੀ ਕਿ ਲਾਈਨਾਂ ਵਿੱਚ ਵੀ ਖੜੇ ਹੋਣਾ ਹੁੰਦਾ। ਸੋ ਓਨੀ ਕੀ ਚੀਜ਼ ਅਸੀਂ ਸਿੱਖ ਲਈਏ ਤਾਂ ਅਸੀਂ ਠੀਕ ਰਵਾਂਗੇ। ਸਗੋਂ ਇੱਕ ਬਹੁਤ ਇੰਪੋਰਟੈਂਟ ਚੀਜ਼ ਕਿ ਅਸੀਂ ਇਮਿਊਨ ਜ਼ਿਆਦਾ ਸਿਰਫ ਇਸ ਲਈ ਆ ਕਿ ਅਸੀਂ ਮਿੱਟੀ ਵਿੱਚ ਰੁਲ ਕੇ ਪਲੇ ਹੋਏ ਆ। ਬਿਲਕੁਲ ਬਿਲਕੁਲ ਆਪਣੇ, ਹਾਂਜੀ, ਅਸੀਂ ਆਪਣੀ ਇਮਿਊਨਿਟੀ ਖਰਾਬ ਕਰ ਰਹੇ ਆ। ਬੱਚੇ ਨੂੰ ਜ਼ਮੀਨ ਤੇ ਖੜੇ ਨਹੀਂ ਹੋਣਾ, ਹੱਥ ਧੋਈ ਜਾਣੇ ਆ, ਮੂੰਹ ਧੋਈ ਜਾਣਾ, ਕੱਪੜੇ ਧੋਈ ਜਾਣੇ, ਇਸ ਤਰ੍ਹਾਂ ਦਾ ਕੰਮ ਨਹੀਂ ਕਰੋ। ਉਹ ਮਿੱਟੀ 'ਚ ਮਿੱਟੀ ਹੋਣ ਦਿਓ, ਖੇਡਣ ਦਿਓ, ਉਹਦੀ ਇਮਿਊਨਿਟੀ ਬਣਦੀ ਜੇ। ਇਹੀ ਕਾਰਨ ਇਸ ਵੇਲੇ ਵਿਸ਼ਵ ਭਰ 'ਚ ਲੱਭਿਆ ਜਾ ਰਿਹਾ ਕਿ ਹਿੰਦੁਸਤਾਨ 'ਚ ਮੌਤਾਂ ਕਿਉਂ ਘੱਟ ਹੋ ਰਹੀਆਂ ਨੇ, ਕਿਉਂਕਿ ਇਹ ਆਲਰੇਡੀ ਜੋ ਗੰਦ ਅਸੀਂ ਖਾਂਦੇ ਆ, ਤੁਸੀਂ ਅੰਦਾਜ਼ਾ ਹੀ ਲਾ ਹੀ ਸਕਦੇ ਹੋ ਕਿ ਜੇ ਧੋਤੇ ਤਾਂ ਅਸੀਂ ਫਲ ਸਬਜ਼ੀਆਂ ਖਾਂਦੇ ਆ, ਉਸ ਹਾਲ ਤੱਕ ਸਾਡਾ ਇਮਿਊਨ ਸਿਸਟਮ ਪਹੁੰਚਿਆ ਪਿਆ ਵੀ ਆ ਜਾ ਕਰੋਨਾ ਤੂੰ ਚੀਜ਼ ਕੀ ਹੈ। ਤੁਸੀਂ ਆਪ ਹੀ ਦੇਖ ਲਓ ਕਿ ਸੰਗਤ ਸਾਰੀ ਆਈ ਖੜੀ ਚੀਕਾਂ ਮਾਰਦੀ ਹੈ ਕਿ ਸਾਨੂੰ ਕੋਈ ਲੱਛਣ ਹੀ ਨਹੀਂ। ਉਹ ਭਾਈ ਸ਼ੁਕਰ ਕਰੋ ਕਿ ਤੁਹਾਡੇ ਚ ਇਮਿਊਨਿਟੀ ਬਣੀ ਹੋਈ ਸੀ ਤਾਂ ਹੀ ਲੱਛਣ ਨਹੀਂ ਨੇ, ਪਰ ਉਹ ਇਮਿਊਨਿਟੀ ਖਤਮ ਨਾ ਕਰੀਏ। ਅਸੀਂ ਉਹਨੂੰ, ਬੱਚਿਆਂ ਨੂੰ ਖੇਡਣ ਦਿਓ, ਉਹਨਾਂ ਨੂੰ ਆਜ਼ਾਦ ਕਰੋ, ਇੰਨਾ ਨਾ ਡੱਕੋ, ਇਹ ਠੀਕ ਚੀਜ਼ ਨਹੀਂ ਹੈ ਜੀ। ਭੈਣ ਜੀ ਲਾਸਟ ਕਾਲਸ ਫਿਰ ਮੈਂ ਲੈ ਲਾਂ ਜੀ, ਫਿਰ ਤੁਹਾਡੇ ਤੋਂ ਵੀ ਇਜਾਜ਼ਤ ਲਊਂਗਾ ਸਮਾਂ ਜੀ। 98 149 ਤੇ ਜੀ ਆਉਣੇ ਰਹੋ ਜੀ ਬਾਜਵਾ ਸਾਹਿਬ। ਹਾਂ ਜੀ, ਦਾਨੇ ਵਾਲਾ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ ਜੀ, ਪ੍ਰੀਤਮ ਸਿੰਘ ਬੋਲ ਰਿਹਾ ਸਰਹੰਦ ਤੋਂ। ਜੀ ਜੀ, ਜਿਹੜੇ ਵਿਚਾਰ ਡਾਕਟਰ ਹਰਚਿੰਦਰ ਜੀ ਦੇ ਰਹੇ ਨੇ ਜੀ, ਇਹ ਬੜੇ ਬਹੁਤ ਮੁੱਲੀ ਔਰ ਬੜੇ ਕੀਮਤੀ ਨੇ। ਆਮ ਜਨਤਾ ਨੂੰ ਬਿਲਕੁਲ ਸਿੱਧੇ ਸਾਦੇ ਢੰਗ ਨਾਲ ਇਹਨਾਂ ਨੇ ਸਮਝਾਇਆ ਤਾਂ ਕਿ ਕੋਈ ਲੋਕੀ ਉਲਝੇ ਨਾ ਰਹਿਣ ਕਰੋਨਾ ਦੇ ਚੱਕਰ 'ਚ। ਮਤਲਬ ਜਿਸ ਤਰ੍ਹਾਂ ਕਿ ਲੋਕੀ ਡਰਾ ਰਹੇ ਨੇ, ਧਮਕਾ ਰਹੇ ਨੇ। ਹਾਂਜੀ, ਇਹਨਾਂ ਨੇ ਬੜੇ ਸਿੰਪਲ ਢੰਗ ਨਾਲ ਤੇ ਬੜੇ ਸਹੀ ਢੰਗ ਨਾਲ, ਕਿਉਂਕਿ ਬਹੁਤ ਸੁਲਝੇ ਹੋਏ ਤੇ ਬਹੁਤ ਵੱਡੇ ਡਾਕਟਰ ਹੈ ਇਹ। ਗੱਲ ਕਰਾਓਗੇ ਸਰ? ਜੀ ਜੀ, ਮੈਂ ਸੁਣ ਰਹੀ ਹਾਂ ਭਾਜੀ, ਬੋਲੋ ਜੀ। ਅੱਛਾ, ਹਾਂਜੀ ਡਾਕਟਰ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਬੜੇ ਵਧੀਆ ਵਿਚਾਰ ਦਿੱਤੇ ਆ ਤੁਸੀਂ, ਔਰ ਲੋਕਾਂ ਦੀ ਬੜੀ ਸੇਵਾ ਕਰ ਰਹੇ ਹੋ ਤੁਸੀਂ, ਬੱਚਿਆਂ ਦੀ ਤੇ ਇਹਨਾਂ ਦੀ। ਇਹ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਚੜ੍ਹਦੀ ਕਲਾ 'ਚ ਰਹੋ। ਬਹੁਤ ਸ਼ੁਕਰੀਆ ਭਾਜੀ। ਤੇ ਅਸਲ 'ਚ ਮੈਂ ਤੇ ਦਾਨੇ ਵਾਲੀਆ ਵੀਰ ਦੀ ਸ਼ੁਕਰਗੁਜ਼ਾਰ ਆ ਕਿ ਇਹ ਲੈ ਲੈਂਦੇ ਨੇ ਮੇਰੇ ਵਰਗੀ ਨਿਮਾਣੀ ਨੂੰ, ਤੁਹਾਡੇ ਤਾਈਂ ਆਵਾਜ਼ ਪਹੁੰਚਾ ਦਿੰਦੇ ਨੇ। ਸੋ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਸਾਨੂੰ ਹੱਲਾਸ਼ੇਰੀ ਦਿੰਦੇ ਹੋ। ਸਗੋਂ ਦੱਸਿਆ ਕਰੋ ਕਿ ਇਸ ਚੀਜ਼ ਬਾਰੇ ਅਸੀਂ ਸੁਣਨਾ ਚਾਹੁੰਦੇ ਹਾਂ। ਦਾਨੇਵਾਲ ਵੀਰ ਨੂੰ ਜ਼ਰੂਰ ਸੁਨੇਹ ਦਿਆ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਉਸੇ ਹਿਸਾਬ ਨਾਲ ਹਰ ਚੀਜ਼ ਦਾ ਜਵਾਬ ਦੇ ਸਕੀਏ, ਸੌਖੇ ਤਰੀਕੇ, ਜਿੰਨੇ ਕੁ ਜੋਗੇ ਹੈਗੇ ਉਨੇ ਕੁ ਤੁਹਾਡੀ ਸੇਵਾ ਕਰ ਸਕੀਏ। ਜ਼ਰੂਰ ਆਪਣੇ ਸਵਾਲ, ਮੈਨੂੰ ਸੋਮਵਾਰ ਦੇ ਦਿਨ ਮੈਂ ਦਾਨੇਵਾਲੀਆ ਵੀਰ ਨਾਲ ਹੁੰਨੀ ਆ, ਸੋ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੋ ਜ਼ਰੂਰ ਇਹਨਾਂ ਨੂੰ ਸਵਾਲਾਂ ਰਾਹੀਂ ਭੇਜ ਸਕਦੇ ਹੋ ਤਾਂ ਕਿ ਅਸੀਂ ਉਸ ਵਿਸ਼ੇ ਤੇ ਗੱਲ ਕਰ ਸਕੀਏ। ਸਤਿ ਸ੍ਰੀ ਅਕਾਲ ਦਾਨੇਵਾਲੀ ਸਾਹਿਬ। ਹਾਂ ਜੀ, ਸਤਿ ਸ੍ਰੀ ਅਕਾਲ ਜੀ। ਹਾਂ ਜੀ, ਬੜੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਤੇ ਚੜ੍ਹਦੀ ਕਲਾ ਦੀ ਗੱਲ ਮੁੜ ਤੋਂ ਲੈ ਕੇ ਹੁਣ ਤੱਕ ਚੜ੍ਹਦੀ ਕਲਾ ਦੀ ਕਰਦੇ ਆ ਰਹੇ ਹੋ। ਤੁਹਾਡਾ ਵੀ ਧੰਨਵਾਦ ਤੇ ਦਾਨੇਵਾਲੀ ਸਾਹਿਬ ਦਾ ਵੀ, ਵੀਰ ਦਾ ਧੰਨਵਾਦ।
ਭੈਣ ਜੀ ਚੜ੍ਹਦੀ ਕਲਾ ਤੁਸੀਂ ਗੱਲ ਕੀਤੀ, ਅਸੀਂ ਪਹਿਲੇ ਦਿਨ ਤੋਂ ਹੀ ਕੰਮ ਤੇ ਆ, ਮੈਂ ਹੁਣ ਤੇ ਵੀ ਕੰਮ ਤੇ ਕੱਪੜੇ ਦਾ ਪਟਕਾ ਬੰਨਿਆ ਮੂੰਹ ਤੇ। ਮੈਂ ਚੜ੍ਹਦੀ ਕਲਾ ਨਾਲ ਜੋੜ ਕੇ ਨਾਲ ਜਿਹੜੇ ਲੋਕ ਇੱਥੇ ਮੈਂ ਨਿਊ ਜਰਸੀ ਤੋਂ ਬੋਲਦਾ, ਮੈਂ US ਤੋਂ, ਜਿਹੜੇ ਲੋਕ ਬਾਹਰ ਕੰਮਾਂ ਕਾਰਾਂ ਤੇ ਨੇ, ਮੇਰੇ ਕਹਿਣ ਦਾ ਭਾਵ ਕਿ ਚੜ੍ਹਦੀ ਕਲਾ ਉਹਨਾਂ ਦਾ ਮਨ ਜਿਹੜਾ ਖਿੜਿਆ ਹੈ, ਮਨ ਜਿਹੜਾ ਕੰਮ 'ਚ ਲੱਗਾ ਹੈ, ਉਹਨਾਂ ਦੀ ਚੜ੍ਹਦੀ ਕਲਾ ਤੇ ਨੰਬਰ 9। ਜਿਹੜੇ ਲੋਕ ਕੰਫਿਊਜ਼ ਹੋ ਕੇ ਆਪਣਾ ਮਨ ਡੋਲ ਗਿਆ ਤੇ ਅੰਦਰ ਹੀ ਬਹਿ ਗਏ ਨਾ ਛੱਡ ਕੇ, ਇੱਕ ਤਾਂ ਉਹਨਾਂ ਨੂੰ ਕੰਮਾਂ ਕਾਰਾਂ ਦਾ ਜਿਹੜਾ ਹਰ ਵੇਲੇ ਸਪਾ ਮਾਰਨ ਦਿਆ ਤੇ ਦੂਸਰਾ ਅੰਦਰ ਬਹਿਣ ਦਾ। ਇਸ ਕਰਕੇ ਜਿਹੜਾ ਤੁਸੀਂ ਆਪਣਾ ਦਿੱਤਾ ਨਾ ਸੰਦੇਸ਼ ਚੜ੍ਹਦੀ ਕਲਾ ਵਾਲਾ, ਇਹ ਸਭ ਤੋਂ ਵੱਡੀ ਦਵਾਈ ਹੈ ਮਨੁੱਖ ਵਾਸਤੇ, ਜਿਹੜਾ ਸਮਝ ਲਵੇ। ਤੁਸੀਂ ਡਾਕਟਰਾਂ ਦੀ ਗੱਲ ਕੀਤੀ, ਇਹ ਗੱਲ ਕਰਕੇ ਮੈਂ ਸਮਾਪਤੀ ਕਰਨ ਲੱਗਾ। ਜੋ ਕੁਝ ਡਾਕਟਰ ਵੀ ਹੱਥ ਬੰਨੀ ਖੜੇ ਨੇ, ਮੈਂ ਨਾਂ ਨਹੀਂ ਲੈਣਾ, ਇੱਥੋਂ ਤੱਕ ਵੀ ਪਤਾ ਲੱਗਿਆ ਕੁਝ ਡਾਕਟਰਾਂ ਦਾ ਕਿ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਤੁਸੀਂ ਕੁਝ ਲਾਸ਼ਾਂ ਦਾ ਪੋਸਟਮਾਰਟਮ ਕਰ ਦਿਓ ਤਾਂ ਕਿ ਸਾਨੂੰ ਪਤਾ ਤੇ ਲੱਗ ਸਕੇ ਵੀ ਇਹ ਕਿਹੜੀ ਬਿਮਾਰੀ ਨਾਲ ਮਰਦੇ ਪਏ, ਪੋਸਟਮਾਰਟਮ ਨਹੀਂ ਕੀਤਾ ਜਾਂਦਾ ਪਿਆ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਇੱਕ ਦੂਜੀ ਕਾਲ ਜੀ 98-149 ਤੇ ਆਉਣੇ ਰਹੋ ਜੀ ਤੁਸੀਂ। ਸਤਿ ਸ੍ਰੀ ਅਕਾਲ। ਧੰਨਵਾਦ ਸਾਹਿਬ, ਸਤਿ ਸ੍ਰੀ ਅਕਾਲ ਜੀ। ਗੁਰਪ੍ਰੀਤ ਵੱਲੋਂ ਬੋਲ ਰਹੇ ਜੀ। ਜੀ ਵੱਲੋਂ ਸਾਹਿਬ। ਹਾਂਜੀ, ਪਹਿਲੀ ਗੱਲ ਤਾਂ ਤੁਹਾਨੂੰ ਮੁਬਾਰਕਾਂ, ਬਹੁਤ ਬਹੁਤ ਤੜਕੇ ਤੁਸੀਂ ਅੱਜ ਵੀਡੀਓ ਸ਼ੇਅਰ ਕੀਤਾ ਤੇ ਉਹਤੇ ਕਾਰਵਾਈ ਹੋਈ ਹੈ, ਧੰਨਵਾਦ ਆ ਤੁਹਾਡਾ, ਬਹੁਤ ਮਿਹਰਬਾਨੀ। ਤੇ ਦੂਸਰਾ, ਡਾਕਟਰ ਸਾਹਿਬ ਨੇ ਬਹੁਤ ਵਿਸਥਾਰ ਨਾਲ ਦੱਸਿਆ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ। ਦੇਖੋ ਜੀ, ਤੁਸੀਂ ਮੀਡੀਆ ਜ਼ਰੀਏ ਸਿਸਟਮ ਵਿਰੁੱਧ ਲੜਾਈ ਲੜ ਰਹੇ ਹੋ, ਡਾਕਟਰ ਸਾਹਿਬ ਨੇ ਵੀ ਇਹ ਲੜਾਈ ਲੜੀ ਹੈ। ਚਲੋ, ਜਿਹੜੇ ਤੁਸੀਂ ਜੂਝ ਰਹੇ ਹੋ, ਲੜਾਈ ਲੜ ਰਹੇ ਹੋ, ਇਹ ਸਿਸਟਮ ਸਾਨੂੰ ਕੀ ਦੇ ਰਿਹਾ, ਅਸੀਂ ਉਹਦੇ ਤੁਸੀਂ ਕਿਵੇਂ ਉਹਦੀਆਂ ਮੋਰੀਆਂ ਨੂੰ, ਖਾਮੀਆਂ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਹੋ। ਅਸੀਂ ਤੁਹਾਡਾ ਦੋਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮਿਹਰਬਾਨੀ, ਸ਼ੁਕਰੀਆ ਜੀ ਭੈਣ ਜੀ। ਹਾਂਜੀ ਭਾਜੀ, ਬਿਲਕੁਲ ਮੈਂ ਤੇ ਆਪ ਤੁਹਾਨੂੰ ਵੀ ਸਲੂਟ ਕਰਦੀ ਹਾਂ, ਸੁਣਨ ਵਾਲੇ ਨੂੰ ਜਿਹੜੇ ਆਪਣਾ ਕੀਮਤੀ ਸਮਾਂ ਸਾਨੂੰ ਦੇ ਰਹੇ ਨੇ, ਗੱਲਾਂ ਸੁਣ ਰਹੇ ਨੇ। ਇੱਕ ਹੋਰ ਜ਼ਰੂਰ ਤੁਹਾਨੂੰ ਇਹਦੇ ਵਿੱਚ ਗੱਲ, ਇੱਕ ਜਿਵੇਂ ਇਕਾਂਤਵਾਸੀ ਕਿਉਂਕਿ ਚੱਲੀ ਸੀ, ਮੈਂ ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਤੁਹਾਨੂੰ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ, ਜਿਹੜੀ ਸ਼ਾਇਦ ਸਾਡੀ ਕੌਮ ਲਈ ਵੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਿਉਂਕਿ ਇਹੀ ਸਮਾਂ ਹੈ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਉਹਨਾਂ ਦੇ ਬਚਪਨ ਦੀਆਂ ਗੱਲਾਂ ਰਿਕਾਰਡ ਕਰਵਾਈਏ। ਕੁਝ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਇਤਿਹਾਸ ਵਿੱਚ ਅਣਗੌਲੀਆਂ ਰਹਿ ਗਈਆਂ, ਸਾਡੇ ਕੋਲ ਲੁਕੀਆਂ ਰਹਿ ਗਈਆਂ। ਮਿਸਾਲ ਵਜੋਂ ਸਾਡੇ ਹੀ ਨਾਨਾ ਜੀ ਜੇ ਇਸ ਵੇਲੇ ਗੱਲ ਕਰਨ, ਉਹ ਆਪਣੇ ਨਾਨਾ ਜੀ ਦੀ ਕਿ ਉਹਨਾਂ ਤੋਂ ਇਹ ਗੱਲਾਂ ਸੁਣੀਆਂ ਸੀ, ਤਾਂ ਉਹ ਅਸੀਂ ਅੱਜ ਦਾ ਸਮਾਂ ਹੈ ਸਾਡੇ ਕੋਲ ਰਿਕਾਰਡ ਕਰ ਸਕਦੇ ਹਾਂ। ਅਸੀਂ ਉਹ ਹਮੇਸ਼ਾ ਲਈ ਇੱਕ ਗੋਲਡਨ ਵਰਡਸ ਅਸੀਂ ਕਹਿ ਸਕਦੇ ਹਾਂ, ਉਹ ਚੀਜ਼ਾਂ ਫਿਰ ਸ਼ਾਇਦ ਸਮਾਂ ਜ਼ਿੰਦਗੀ ਨਾ ਦੇਵੇ। ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਅੱਜ ਦੇ ਦਿਨ ਸਾਂਭਣ ਲਈ, ਜਿਹੜੀਆਂ ਗੁੰਮ ਚੁੱਕੀਆਂ ਗੱਲਾਂ ਇਤਿਹਾਸ ਵਿੱਚੋਂ ਨਿਕਲ ਆ ਸਕਣਗੀਆਂ ਤੇ ਅਸੀਂ, ਸਾਡੇ ਕੋਲ ਬਹੁਤ ਕੀਮਤੀ ਖਜ਼ਾਨਾ ਹੋ ਜਾਣਾ, ਜੋ ਫਿਰ ਇਸ ਰੌਲੇ ਗੌਲੇ 'ਚ ਦੁਬਾਰਾ ਜਦੋਂ ਜ਼ਿੰਦਗੀ ਵੱਲ ਮੁੜਾਂਗੇ ਸ਼ਾਇਦ ਇਹ ਨਾ ਇਕੱਠਾ ਹੋ ਸਕੇ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ, ਜਿਨ੍ਹਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ। ਤੁਹਾਨੂੰ ਮੈਂ ਦੱਸਦੇ ਹਾਂ ਕਿ